ਆਪਾਂ ਇਸ ਹਫ਼ਤੇ ਆਪਣੀ ਹੀ ਸਰਕਾਰ ਦੇ ਹੁਕਮ ਨਾਲ ਫੌਜ ਵੱਲੋਂ ਜਿਹੜਾ ਬਹੁਤ ਵੱਡਾ ਇੱਕ ਗੈਰ ਮਾਨਵੀ ਗੈਰ ਮਨੁੱਖੀ ਕਾਰਾ ਕੀਤਾ ਗਿਆ, ਉਸ ਦਿਖਾਂਤ ਨੂੰ ਲੈ ਕੇ ਆਪਾਂ ਲਗਾਤਾਰ ਇਸ ਹਫ਼ਤੇ ਦੇ ਵਿੱਚ ਖਾਸ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ। ਕੁਦਰਤ ਦਾ ਵਰਤਾਰਾ ਦੇਖੋ, ਹਿੰਦੁਸਤਾਨ ਦੀ ਸਰਕਾਰ ਦੇ ਹੁਕਮ ਨਾਲ ਜਿਸ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹਾਈ ਕੀਤੀ, ਜਾਣੀ ਜੋ ਕੁਝ ਮੁਗਲ ਹਕੂਮਤ ਵੇਲੇ ਵੀ ਨਹੀਂ ਕੀਤਾ ਜਾ ਸਕਿਆ, ਸਾਡੇ ਆਪਣੇ ਮੁਲਕ ਦੀ ਸਰਕਾਰ ਦੇ ਹੁਕਮਾਂ ਨਾਲ ਉਹ ਭਾਣਾ ਵਾਪਰਿਆ। ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਉਹਨਾਂ ਦੇ ਅਨੇਕਾਂ ਸਾਥੀ ਇਸ ਹਮਲੇ ਵਿੱਚ ਸ਼ਹਾਦਤ ਪਾ ਗਏ। ਇਸ ਹਮਲੇ ਦੇ ਬਾਅਦ ਕੀ ਵਾਪਰਿਆ? ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਸ ਨੇ ਫੈਸਲਾ ਲਿਆ ਹਮਲਾ ਕਰਨ ਦਾ, ਉਸ ਦਾ ਕਤਲ ਹੋ ਗਿਆ। ਪੰਜਾਬ ਦੀਆਂ ਜਿਹੜੀਆਂ ਰਵਾਇਤੀ ਧਿਰਾਂ ਇਸ ਹਮਲੇ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਹੀਆਂ, ਜਿਨ੍ਹਾਂ 'ਚੋਂ ਮੁੱਖ ਧਿਰ ਅਕਾਲੀ ਦਲ, ਉਸ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਹੋ ਗਿਆ। ਕੇਂਦਰ ਦਾ ਇਹ ਵਹਿਮ ਇੱਕ ਵਾਰ ਫਿਰ ਨਿਕਲ ਗਿਆ ਕਿ ਅਕਾਲ ਤਖ਼ਤ ਸਾਹਿਬ ਨੂੰ ਢਾਏ ਜਾਣ ਦੇ ਨਾਲ ਸਿੱਖਾਂ ਨੂੰ ਝੁਕਾਇਆ ਜਾ ਸਕਦਾ ਹੈ। ਸਿੱਖਾਂ ਦੇ ਮਨਾਂ ਅੰਦਰ ਉਤਰੇ ਅਕਾਲ ਤਖ਼ਤ ਨੂੰ ਅਹਿਮਦ ਸ਼ਾਹ ਅਬਦਾਲੀ ਵੀ ਨਹੀਂ ਮਿਟਾ ਸਕਿਆ। ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਣ ਤੋਂ ਬਾਅਦ ਪੰਜਾਬ 'ਚ ਇੱਕ ਜ਼ੋਰਦਾਰ ਤੂਫਾਨ ਉੱਠਿਆ। ਪੰਥਕ ਧਿਰਾਂ ਦੇ ਨਾਂ 'ਤੇ ਪੰਜਾਬ 'ਚ ਉਸ ਤੋਂ ਬਾਅਦ ਸਰਕਾਰਾਂ ਵੀ ਬਣੀਆਂ, ਪਰ ਆਪਣੀ ਸਰਕਾਰ ਦੇ ਸਮੇਂ 'ਚ ਐਡਾ ਵੱਡਾ ਘੱਲੂਘਾਰਾ ਵਾਪਰਿਆ। ਸੱਚ ਕੀ ਹੈ, ਤੱਥ ਕੀ ਹੈ? ਵਿਅਕਤੀਗਤ ਤੌਰ 'ਤੇ ਕੁਝ ਲੋਕਾਂ ਨੇ ਯਤਨ ਕੀਤੇ ਸਾਹਮਣੇ ਲਿਆਉਣ ਦੇ, ਪਰ ਸਰਕਾਰਾਂ ਵੱਲੋਂ ਕੋਈ ਸੰਜੀਦਾ ਕਾਰਵਾਈ ਨਹੀਂ ਕੀਤੀ ਗਈ ਜਾਂ ਸੰਜੀਦਗੀ ਨਾਲ ਬੇਈਮਾਨੀ ਕੀਤੀ ਗਈ। ਇਹਨਾਂ ਸਾਰੇ ਨਾਜ਼ੁਕ ਤੇ ਭਾਵਕ ਮੁੱਦਿਆਂ 'ਤੇ ਮੇਰੇ ਨਾਲ ਪੈਨਲ 'ਤੇ ਜਿਹੜੇ ਖਾਸ ਮਹਿਮਾਨ ਜੁੜੇ ਹੋਏ ਹੈ, ਸਾਹ ਗੁਰਤੇਜ ਸਿੰਘ IAS, ਜਿਹੜੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਿੱਤਰ, ਤੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਵਰਤਾਰੇ 'ਤੇ ਜੋ ਕੁਝ ਵਾਪਰਿਆ ਰੋਸ ਵਜੋਂ ਆਪਣੇ ਉਹ ਅਹੁਦੇ ਤੋਂ ਦਿੱਤਾ ਅਸਤੀਫਾ। ਸਾਡੇ ਨਾਲ ਦੂਜੇ ਮਹਿਮਾਨ ਡਾਕਟਰ ਭਗਵਾਨ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਜ਼ਦੀਕੀ ਸਾਥੀ, ਜਿਹੜੇ ਉਹ ਸਾਰੇ ਵਰਤਾਰੇ ਦੇ ਨਾਲ ਨਜ਼ਦੀਕ ਤੋਂ ਜੁੜੇ ਹੋਏ ਸੀ। ਸਾਡੇ ਨਾਲ ਤੀਜੇ ਮਹਿਮਾਨ ਜਥੇਦਾਰ ਸੁਖਦੇਵ ਸਿੰਘ ਭੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਉੱਚੇ ਅਹੁਦੇ 'ਤੇ ਰਹੇ, ਜਿਨ੍ਹਾਂ ਨੇ ਪੰਥਕ ਮੁੱਦਿਆਂ ਨਾਲ ਸਾਰੇ ਮਾਮਲਿਆਂ ਨੂੰ ਬੜੀ ਨਜ਼ਦੀਕ ਤੋਂ ਦੇਖਿਆ ਵਾਚਿਆ। ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ 'ਤੇ ਆਉਣ ਲਈ ਆਪਣੇ ਦਰਸ਼ਕਾਂ ਵੱਲੋਂ, ਆਪਣੀ ਟੀਮ ਵੱਲੋਂ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਗੁਰਤੇਜ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਮੈਂ ਆਪਣੇ ਦਰਸ਼ਕਾਂ ਲਈ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੇ ਮਨ 'ਚ ਉਸ ਵੇਲੇ ਕਿੰਨੀ ਕੁ ਚੀਜ਼ ਉੱਠੀ ਕਿ ਅਸਤੀਫਾ ਦੇਣ ਦੀ ਨੌਬਤ ਆ ਗਈ? ਅਗਲੀ ਗੱਲ ਆਪਾਂ ਤੁਹਾਡੇ ਤੋਂ ਅੱਗੇ ਲਵਾਂਗੇ। ਜੀ ਗੁਰਤੇਜ ਜੀ। ਜਗਤਾਰ ਜੀ, ਅਸਤੀਫਾ ਤਾਂ ਮੈਂ ਇਸ ਤੋਂ ਪਹਿਲਾਂ ਦੇਤਾ ਸੀਗਾ। ਗੱਲ ਇਹ ਹੈਗੀ ਕਿ ਇਹ ਜਿਹੜਾ ਇਹਨਾਂ ਦਾ ਵਰਤਾਰਾ ਹੈ ਉਹ ਸਾਨੂੰ 2 ਸਾਲ 3 ਸਾਲ ਪਹਿਲਾਂ ਸਪਸ਼ਟ ਹੋ ਚੁੱਕਿਆ ਸੀ। ਜਿਸ ਵੇਲੇ ਦਰਬਾਰਾ ਸਿੰਘ ਦੀ ਸਰਕਾਰ ਆਈ ਹੈ ਔਰ ਜਿਸ ਵੇਲੇ ਇੰਦਰਾ ਗਾਂਧੀ ਦੁਬਾਰੇ ਮੁੜ ਕੇ ਆਈ ਹੈ ਸੱਤਾ ਦੇ ਵਿੱਚ, ਉਸ ਨੇ ਆਉਂਦਿਆਂ ਸਾਰ ਜੋ ਕੀਤਾ ਸੀਗਾ, ਇਹਨਾਂ ਦੀ ਅਕਾਲੀ ਸਰਕਾਰ ਸੀ, ਅੱਧੀ ਰਾਤ ਨੂੰ ਸਾਰਿਆਂ ਦੇ ਘਰਾਂ ਦੇ ਦਫ਼ਤਰਾਂ ਦੇ ਵਿੱਚ ਤਾਲੇ ਲਾਤੇ ਸਨ ਔਰ ਸਵੇਰ ਨੂੰ ਉਹਨਾਂ ਨੂੰ ਵਿਹਲੇ ਕਰਕੇ ਬਿਠਾ ਦਿੱਤਾ ਸੀ। ਦੂਸਰੇ ਪਾਸੇ ਹਰਿਆਣੇ ਦੇ ਵਿੱਚ ਵੀ ਮੁੱਖ ਮੰਤਰੀ ਦੇ ਉਹ ਜਨਤਾ ਦਲ ਨੂੰ ਛੱਡ ਕੇ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸਨ। ਉਹ ਗੱਲਾਂ ਸਾਰੀਆਂ ਉਦੋਂ ਕਲੀਅਰ ਹੋ ਗਈਆਂ ਸੀ। ਤੇ ਬਾਅਦ ਦੇ ਵਿੱਚ ਸੰਤਾਂ ਨੇ ਜਿਸ ਵੇਲੇ ਆਪਣਾ ਐਜੀਟੇਸ਼ਨ ਸ਼ੁਰੂ ਕੀਤੀ ਹੈ, ਜਿਸ ਵੇਲੇ ਇੱਕ ਪੂਰੀ ਦਾ ਮੋਰਚਾ ਲਾਇਆ ਹੈ, ਉਸ ਦਿਨ ਇਹ ਸੰਤ ਜੀ ਇੱਥੇ ਮੈਨੂੰ ਮਿਲੇ ਨੇ, ਇਤਨਾ ਆ ਕੇ ਬਾਪੂਰੀ ਤੋਂ ਤੇ ਸੰਤ ਲੌਂਗੋਵਾਲ, ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਵੀ ਮਿਲੇ ਇੱਕ ਦਿਨ, ਤੇ ਉਹਨਾਂ ਦੇ ਕਹਿਣ ਦੇ ਉੱਤੇ ਮੈਂ ਅਸਤੀਫਾ ਦੇਤਾ ਸੀ ਉਸ ਵੇਲੇ। ਬਾਕੀ ਗੱਲ ਇਹ ਰਹੀ ਕਿ ਉਸ ਦਿਨ ਕੀ ਮਹਿਸੂਸ ਹੋਇਆ, ਉਸ ਦਿਨ ਕੀ ਮਹਿਸੂਸ ਹੋਣਾ ਸੀ, ਉਸ ਦਿਨ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ
ਕਿ ਜਿਨ੍ਹਾਂ ਲੋਕਾਂ ਦੇ ਵਾਸਤੇ ਅਸੀਂ 500 ਸਾਲ ਜੂਝਦੇ ਰਹੇ, ਜਿਨ੍ਹਾਂ ਦੇ ਵਾਸਤੇ ਸਾਰੇ ਸੰਸਾਰ ਦੇ ਕਲਿਆਣ ਦੇ ਵਾਸਤੇ ਜਿਨ੍ਹਾਂ ਦਾ ਫਾਇਦਾ ਸਭ ਤੋਂ ਵੱਧ ਇਹਨਾਂ ਨੂੰ ਹੋਇਆ, ਉਹ ਸਾਡੇ ਗੁਰੂ ਸਾਹਿਬਾਨ ਆਪਣੇ ਸੀਸ ਵਾਰਦੇ ਰਹੇ, ਬੱਚਿਆਂ ਨੂੰ ਵਾਰਤਾ ਉਹਨਾਂ ਨੇ, ਤੇ ਉਹਨਾਂ ਲੋਕਾਂ ਨੇ ਸਾਡੇ ਨਾਲ ਆਹ ਕੀਤਾ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜੇ ਜਿੰਨੇ ਵੀ ਇਹ ਹਮਲੇ ਹੋ ਰਹੇ ਨੇ, ਗੋਲੀਆਂ ਚੱਲ ਰਹੀਆਂ ਨੇ, ਗੋਲੇ ਚੱਲ ਰਹੇ ਨੇ, ਤੋਪਾਂ ਚੱਲ ਰਹੀਆਂ ਨੇ, ਸਾਡੇ ਵਿਸ਼ਦੀ ਹੋ ਕੇ ਹਰ ਇੱਕ ਆਦਮੀ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਵਿਸ਼ਦੀ ਹੋ ਕੇ ਅਕਾਲ ਤਖਤ ਦੇ ਵੱਜ ਰਹੇ ਨੇ। ਤਾਂ ਅੱਜ ਤੱਕ ਉਹੀ ਫੀਲਿੰਗ ਅੱਜ ਵੀ ਉਹੀ ਹੈ, ਕੱਲ੍ਹ ਵੀ ਉਹੀ ਸੀ, ਅਗਾਂਹ ਨੂੰ ਜਿੰਨੀ ਦੇਰ ਤੱਕ ਇਹ ਸੰਸਾਰ ਰਹੇਗਾ ਹਰ ਸਿੱਖ ਨੂੰ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਰਹੇਗਾ। ਜੀ ਗਤੇ ਜੀ, ਬਹੁਤ ਅਹਿਮ ਤੁਸੀਂ ਕਮੈਂਟਸ ਕਰ ਰਹੇ ਹੋ। ਬਿਲਕੁਲ ਸਹੀ ਹੈ ਕਿ ਦਰਬਾਰ ਸਾਹਿਬ 'ਤੇ ਜਦੋਂ ਆਪਾਂ ਹਮਲੇ ਦੀ ਗੱਲ ਕਰਦੇ ਹਾਂ, ਉਹ ਤਾਂ ਫਿਜ਼ੀਕਲ ਤੌਰ 'ਤੇ ਇੱਕ ਵਾਰੀ ਫੈਸਲਾ ਲਿਆ ਗਿਆ, ਪਰ ਇਹ ਅਮਲ ਕਾਫੀ ਦਿਨ ਤੋਂ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ। ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹਾਂ, ਸਾਰਾ ਕੁਝ ਉਸ ਵਰਤਾਰੇ ਦੇ ਨਾਲ ਜੁੜੀ ਵੀ ਹੀ ਉਹ ਕੜੀ ਸੀ। ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਹੈ ਗੁਰਤੇਜ ਜੀ, ਤੁਸੀਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਲਈ ਅਸੀਂ ਸਦੀਆਂ ਤੋਂ ਲੜਦੇ ਆਏ, ਦੇਸ਼ ਦੀ ਹਿੱਤ ਦੀ ਖਾਤਰ, ਉਹਨਾਂ ਦੀ ਰਾਖੀ ਦੀ ਖਾਤਰ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਸਾਡੀ ਆਪਣੀ ਪੰਥਕ ਲੀਡਰਸ਼ਿਪ ਜਿਹੜੀ, ਜਿਹਨੂੰ ਕਈ ਵਾਰ ਜਿਹੜੇ ਹੈਗੇ ਆ ਜਿਹੜੇ ਸਹਿਮਤੀ ਨਹੀਂ ਕਰਦੇ, ਸੋ ਕਾਲਡ ਲੀਡਰਸ਼ਿਪ ਦੀ ਗੱਲ ਕਰਦੇ ਆ, ਉਹ ਪੰਥਕ ਲੀਡਰਸ਼ਿਪ ਨੇ ਜੋ ਕੁਝ ਫਿਜ਼ੀਕਲ ਤੌਰ 'ਤੇ ਜਿਹੜਾ ਵਰਤਾਰਾ, ਬਿਲਕੁਲ ਸਿਖਰ ਆਪਾਂ ਜਿਹਦੀ ਗੱਲ ਕਰਦੇ ਹਾਂ, ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ ਉਸ ਨੂੰ ਰੋਕਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਾ ਕਾਮਯਾਬ ਰਹੀ, ਜਾਂ ਉਹਦੇ 'ਚ ਜਿਹੜੀ ਹੈਗੀ ਆ ਮੈਂ ਕਹਾਂ ਇਸ ਯੋਜਨਾ ਦੇ ਵਿੱਚ, ਇਸ ਸਾਜ਼ਿਸ਼ ਦੇ ਵਿੱਚ ਭਾਈਵਾਲੀ ਸੀ, ਉਸ ਵਰਤਾਰੇ ਬਾਰੇ ਗੁਰਤੇਜ ਜੀ ਤੁਸੀਂ ਕੀ ਕਹੋਗੇ? ਪਹਿਲੀ ਚੀਜ਼ ਬਿਲਕੁਲ ਹੰਡਾਈ ਹੈ, ਪਰ ਜਿਹੜੀ ਚੀਜ਼ ਆਪਣੇ ਨੇ ਦਿੱਤੀ ਉਹਦੇ ਬਾਰੇ ਕੀ ਕਹੋਗੇ? ਜਗਤਾਰ ਜੀ, ਇਹ ਜਿਹੜੀ ਜਿਸ ਤਰ੍ਹਾਂ ਉਰਦੂ ਦਾ ਸ਼ੇਰ ਹੈਗਾ, ਇਸ ਘਰ ਕੋ ਆਗ ਲੱਗੀ ਘਰ ਹੀ ਕੇ ਚਿਰਾਗ ਸੇ। ਜੇ ਕਿਤੇ ਸਾਡੇ ਲੀਡਰ ਹੁੰਦੇ ਤੇ ਉਹਨਾਂ ਦੇ ਨੁਮਾਇੰਦੇ ਨਾ ਹੁੰਦੇ, ਉਹਨਾਂ ਦੇ ਗੁਲਾਮ ਨਾ ਹੁੰਦੇ, ਤਾਂ ਕਦਾਚਿਤ ਅਕਾਲ ਤਖਤ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਸੀ ਹੋ ਸਕਦਾ, ਨਾ ਹੀ ਕਤਲੋਗਾਰਤ ਹੋ ਸਕਦੀ ਸੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਕਾਫੀ ਦੇਰ ਬਾਅਦ, ਕੁਝ ਸਾਲਾਂ ਦੀ ਗੱਲ ਹੈ ਕਿ PC ਚਿਦੰਬਰਮ ਇੱਥੇ ਡਿਫੈਂਸ ਮਿਨਿਸਟਰ ਸੀ, ਔਰ ਇਸ ਨੇ ਕਿਹਾ ਕਿ ਝਾਰਖੰਡ ਦੇ ਵਿੱਚ ਬੜਾ ਰੌਲਾ ਪੈ ਰਿਹਾ ਹੈ ਔਰ ਇਹ ਲੋਕ ਮਾਓਇਸਟ ਲੋਕਾਂ ਨੂੰ ਦਬਾਉਣ ਵਾਸਤੇ ਆਰਮੀ ਭੇਜੀ ਜਾਏਗੀ। ਉਸੇ ਵੇਲੇ ਸ਼ਿਬੂ ਸੋਰੇਨ, ਜਿਹੜਾ ਸਾਰਿਆਂ ਤੋਂ ਭਲਾ ਮਾਨਸ ਔਰ ਜਿਹੜਾ ਸਾਰਿਆਂ ਤੋਂ ਮਾਈਲਡ ਮੁੱਖ ਮੰਤਰੀ ਹੋਇਆ ਅੱਜ ਕੱਲ੍ਹ, ਜਿਹੜਾ ਮੁੱਖ ਮੰਤਰੀ ਉਸ ਦਾ ਫਾਦਰ ਸੀ, ਉਸ ਨੇ ਕਿਹਾ ਕਿ ਸਾਡੇ ਭਰਾ ਨੇ, ਇਹਨਾਂ ਦੇ ਉੱਤੇ ਕਿਸ ਤਰ੍ਹਾਂ ਤੁਸੀਂ ਫੌਜ ਨਾਲ ਹਮਲਾ ਕਰੋਗੇ? ਤੇ ਉੱਥੇ ਹਮਲਾ ਨਹੀਂ ਹੋਇਆ। ਜੇ ਸਾਡੇ ਲੀਡਰ ਕਹਿੰਦੇ ਕਿ ਹਮਲਾ ਨਹੀਂ ਕਰਨਾ, ਅਸੀਂ ਇਹਦੇ ਨਾਲ ਭਾਈਵਾਲ ਨਹੀਂ, ਅਸੀਂ ਇਸ ਨੂੰ ਰੋਕਾਂਗੇ, ਅਸੀਂ ਇਸ ਨੂੰ ਅਪੋਜ਼ ਕਰਾਂਗੇ, ਤਾਂ ਕਦੇ ਵੀ ਸਾਡੇ ਉੱਤੇ ਹਮਲਾ ਨਹੀਂ ਸੀ ਹੋ ਸਕਦਾ। ਦੂਜੀ ਗੱਲ ਤੁਸੀਂ ਇਹ ਦੇਖੋ, ਜੇ ਇਹ ਮੈਂ ਤਾਂ ਕਈ ਸਾਰੇ ਸਬੂਤ ਆਪਣੇ ਕਿਤਾਬਾਂ ਦੇ ਵਿੱਚ ਵੀ ਦਿੱਤੇ ਨੇ ਕਿ ਇਹ ਲੋਕ ਉਹਨਾਂ ਦੇ ਨਾਲ ਘਿਓ ਖਿਚੜੀ ਸਨ। ਉਸ ਤੋਂ ਇਲਾਵਾ ਵੀ ਹੋਰ ਬਥੇਰੇ ਸਬੂਤ ਇਹਨਾਂ ਦੇ ਮਿਲਦੇ ਨੇ। ਸਰਕਮਸਟੈਂਸਸ ਨੂੰ ਦੇਖੋ ਕਿ ਜੇ ਸਾਰੇ ਦੇ ਸਾਰੇ ਲੋਕ ਉੱਥੇ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਸੀ, ਜਿਹੜਾ ਮੋਰਚੇ ਦਾ ਡਿਕਟੇਟਰ ਸੀ, ਔਰ ਮੋਰਚਾ ਜਿਸ ਇਸ਼ੂ ਦੇ ਉੱਤੇ ਚੱਲ ਰਿਹਾ ਸੀ, ਉਸੇ ਇਸ਼ੂ ਦੇ ਉੱਤੇ ਸੰਤ ਜਰਨੈਲ ਸਿੰਘ ਉਹਨਾਂ ਦੀ ਮਦਦ ਕਰ ਰਹੇ ਸੀ। ਜਿਹੜਾ ਮਦਦਗਾਰ ਸੀ ਉਸ ਨੂੰ ਤਾਂ ਕਤਲ ਕਰਤਾ ਗਿਆ, ਤੇ ਜਿਹੜਾ ਅਵਲ ਫਰੀਕ ਸੀ, ਜਿਹੜਾ ਮੋਰਚਾ ਚਲਾ ਰਿਹਾ ਸੀ, ਡਿਕਟੇਟਰ ਸੀ, ਉਸ ਨੂੰ ਕਿੰਨੀ ਸੰਭਾਲ ਕੇ ਟੈਂਕ ਦੇ ਵਿੱਚ ਬਿਠਾ ਕੇ ਬਾਹਰ ਕੱਢ ਕੇ ਲਿਆਏ, ਔਰ ਦੂਸਰੇ ਪ੍ਰਧਾਨ ਨੂੰ, ਸ਼੍ਰੋਮਣੀ ਕਮੇਟੀ ਦੇ ਨੂੰ। ਤੀਸਰੀ ਗੱਲ ਇਹ ਹੈ ਕਿ ਜੇ ਇਹ ਨਾਲ ਉਹਨਾਂ ਦੇ ਨਾਂ ਰਲੇ ਹੁੰਦੇ ਤਾਂ ਇਹਨਾਂ ਨੇ ਬਾਅਦ ਦੇ ਵਿੱਚ, ਜਿਸ ਤਰ੍ਹਾਂ ਇਹਨਾਂ ਨੇ 1997 ਦੀ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ, ਆ ਕੇ ਸਾਰੇ ਮਸਲੇ ਦੀ ਇਨਕੁਆਇਰੀ ਕਰਨੀ ਸੀ ਔਰ ਦੱਸਣਾ ਸੀ ਲੋਕਾਂ ਨੂੰ ਵੀ ਕਿਉਂ ਸਾਡੇ ਤੇ ਹਮਲਾ ਹੋਇਆ, ਔਰ ਕਿਉਂ ਜਿਹੜੀ ਆਰਮੀ ਸੀ ਇਸ ਨੇ ਆ ਕੇ ਦਰਬਾਰ ਸਾਹਿਬ ਨੂੰ ਢਾਇਆ। ਲੇਕਿਨ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਜਿੰਨਾ ਵੀ ਜਿਹੜੇ ਵੀ ਪਾਸੇ ਜਾਓ ਤੁਸੀਂ, ਤੁਹਾਨੂੰ ਹਰ ਕਿਸਮ ਦੇ ਸਬੂਤ ਮਿਲਦੇ ਨੇ। ਮੇਰੇ ਕੋਲੇ ਸੰਤ ਸਿੰਘ ਤੇਗ ਆਏ, ਉਹ ਆਪਰੇਸ਼ਨ ਕਰਵਾਇਆ ਸੀ ਉਹਨਾਂ ਨੇ PGI ਤੋਂ, ਤੇ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਬਹੁਤ ਲੰਮਾ ਸਮਾਂ ਰਹਿਣਗੇ, ਔਰ ਆਪਣਾ ਬਿਆਨ ਰਿਕਾਰਡ ਕਰਕੇ ਗਏ। ਉਹਨਾਂ ਨੇ ਕਿਹਾ ਕਿ ਜੀ ਮੈਂ ਉੱਥੇ ਸੰਤ ਲੌਂਗੋਵਾਲ ਦੇ ਕਮਰੇ ਦੇ ਬਾਹਰ ਬੈਠਾ ਸੀ, ਜਥੇਦਾਰ ਟੌੜਾ ਤੇ
ਸੰਤ ਲੌਂਗੋਵਾਲ ਜੀ ਗੱਲ ਕਰ ਰਹੇ ਸੀ ਇੰਦਰਾ ਗਾਂਧੀ ਦੇ ਕਿਸੇ ਨੁਮਾਇੰਦੇ ਨਾਲ, ਔਰ ਉਹ ਇਹ ਕਹਿ ਰਹੇ ਸੀਗੇ ਕਿ ਜੀ, ਜਾਂ ਇੰਦਰਾ ਗਾਂਧੀ ਨਾਲ ਵੀ ਗੱਲ ਹੋਈ ਉਹਨਾਂ ਦੀ ਉਸ ਵੇਲੇ, ਉਹ ਕਹਿ ਰਹੇ ਸੀ ਕਿ ਸਾਡੇ ਕੋਲੋਂ ਹੁਣ ਇਹ ਸਾਥ ਕਾਬੂ ਨਹੀਂ ਆਉਂਦਾ, ਹੁਣ ਤੁਹਾਨੂੰ ਫੌਜ ਭੇਜਣੀ ਪਏਗੀ, ਹੁਣ ਤੁਸੀਂ ਜੋ ਕਰਨਾ ਕਰ ਲਓ। ਯਾਨੀ ਕਿ ਇਹਨਾਂ ਨੇ ਆਪਣੇ ਆਪ ਸਾਰਿਆਂ ਦੀ ਸਲਾਹ ਦੇ ਨਾਲ, ਕੋਈ ਭੌਰ ਵਰਗੇ ਰਹਿ ਗਏ ਹੋਣਗੇ ਜਿਨ੍ਹਾਂ ਦੇ ਨਾਲ ਸਲਾਹ ਮਸ਼ਵਰਾ ਨਹੀਂ ਹੋਇਆ, ਉਸ ਤੋਂ ਇਲਾਵਾ ਇਹਨਾਂ ਨੇ ਆਪਣੇ ਆਪ ਆਪਸ ਦੇ ਵਿੱਚ ਸਲਾਹ ਕਰਕੇ ਉਹਨਾਂ ਨੂੰ ਬੁਲਾਇਆ। ਜਿਹੜਾ ਹੋਰ ਸਬੂਤ ਬਹੁਤ ਵੱਡੀ ਗੱਲ ਤੁਸੀਂ ਕਰ ਰਹੇ ਹੋ ਜੀ ਕਿ ਜੀ ਲੋਕ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ। ਸੰਤ ਲੌਂਗੋਵਾਲ ਜਿਸ ਵੇਲੇ ਦਿੱਲੀ ਗਿਆ ਸਮਝੌਤੇ ਤੋਂ ਪਹਿਲਾਂ, ਔਰ ਆਪਣੀ ਉਹ ਮੱਲਾਂ ਵਾਲੀ ਫੇਰੀ ਪਾ ਰਿਹਾ ਸੀਗਾ ਦਿੱਲੀ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ, ਉਸ ਵੇਲੇ ਉਸਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ 10,000 ਆਦਮੀ ਮਾਰੇ ਗਏ ਨੇ। ਇਹ ਸਾਰੇ ਰਸਾਲਿਆਂ ਦੇ ਵਿੱਚ, ਉਹ ਸਾਰੇ ਅਖਬਾਰਾਂ 'ਚ ਆਪਾਂ ਛਪਿਆ ਦੇਖਿਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ 10,000 ਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਸਰਕਾਰ ਨੂੰ ਇਸ ਦੇ ਬਾਰੇ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਤੁਸੀਂ ਸਾਡੇ ਇਨੋਸੈਂਟ ਆਦਮੀ ਜਿਨ੍ਹਾਂ ਦਾ ਕੋਈ ਤਲਕ ਨਹੀਂ ਸੀ, ਜਿਹੜੇ ਇੱਕ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ ਅੰਮ੍ਰਿਤਸਰ ਆਏ ਸਨ, ਉਹਨਾਂ ਲੋਕਾਂ ਨੂੰ ਫੜ ਕੇ ਮਾਰ ਦਿੱਤਾ। ਗਿਆਨੀ ਜ਼ੈਲ ਸਿੰਘ ਨੇ ਆਪਣੀ ਕਿਤਾਬ ਮਿਹਰਬਾਨੀ ਮੈਂ ਜੀ ਗਤੇ ਜੀ ਮੈਂ ਦੁਬਾਰਾ ਇਸ ਮੁੱਦੇ ਤੇ ਤੁਹਾਡੇ ਕੋਲੇ ਆਉਣਾ। ਤੁਸੀਂ ਬਹੁਤ ਵੱਡੇ ਕਮੈਂਟਸ ਕਰ ਰਹੇ ਹੋ। ਬੇਸ਼ੱਕ ਇਸ ਸਥਿਤੀ ਨਾਲ ਗੱਲ ਜਿਹੜੀ ਹੈਗੀ ਹੈ ਕੋਈ ਜੁੜਦੀ ਨਹੀਂ, ਪਰ ਮੈਂ ਅਮਰੀਕਾ 'ਚ ਜੋ ਕੁਝ ਵਾਪਰ ਰਿਹਾ, ਤੁਸੀਂ ਵੀ ਅਖਬਾਰਾਂ 'ਚ ਪੜ੍ਹਿਆ ਹੋਣਾ ਹੈ, ਉੱਥੋਂ ਦੀ ਇੱਕ ਸਟੇਟ ਦੇ ਪੁਲਿਸ ਅਧਿਕਾਰੀ ਨੇ ਅਮਰੀਕਨ ਰਾਸ਼ਟਰਪਤੀ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਗੱਲ ਕਹੀ ਹੈ ਕਿ ਤੂੰ ਜਿਹੜੀ ਗੱਲ ਕਹਿ ਰਿਹਾ ਹੈ ਕਿ ਮੈਂ ਸਟੇਟਾਂ ਨੂੰ ਫੌਜ ਦੇ ਹਵਾਲੇ ਕਰ ਦਿਆਂਗਾ, ਫੌਜ ਦੇ ਹਵਾਲੇ ਕਰਨ ਦੀ ਲੋੜ ਨਹੀਂ, ਲੋਕਾਂ ਦਾ ਮਨ ਜਿੱਤਣ ਦੀ ਲੋੜ ਹੈ। ਗੁਰਤੇਜ ਜੀ, ਮੈਨੂੰ ਇਸ ਕਰਕੇ ਗੱਲ ਚੇਤੇ ਆਈ ਹੈ ਕਿ ਜੇ ਅਮਰੀਕਨ ਕਿਸੇ ਸਟੇਟ ਦਾ ਜਿਹੜਾ ਪੁਲਿਸ ਮੁਖੀ ਇਹ ਗੱਲ ਕਹਿ ਸਕਦਾ ਹੈ, ਤਾਂ ਸਾਡੇ ਪੰਥ ਦੇ ਜਿਹੜੇ ਦਾਅਵੇਦਾਰ ਹੈ, ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ ਹੁਣ ਫੌਜ ਦੇ ਬਗੈਰ ਕੋਈ ਚਾਰਾ ਨਹੀਂ ਹੈ। ਭੌਰ ਜੀ, ਮੈਂ ਤੁਹਾਡੇ ਵੱਲ ਇਸ ਮੁੱਦੇ ਤੇ ਆ ਰਿਹਾ। ਤੁਸੀਂ ਸਾਰੇ ਮਾਮਲੇ ਨੂੰ ਤੁਸੀਂ ਬੜਾ ਨਜ਼ਦੀਕ ਤੋਂ ਦੇਖਿਆ ਹੈ, ਜਿਸ ਤਰੀਕੇ ਨਾਲ ਗੁਰਤੇਜ ਜੀ ਨੇ ਕਮੈਂਟਸ ਕੀਤੇ ਹੈ ਕਿ ਉਸ ਵੇਲੇ ਦੀ ਜਿਹੜੀ ਸੋ ਕਾਲਡ ਪੰਥਕ ਲੀਡਰਸ਼ਿਪ ਸੀ, ਉਹ ਕੇਂਦਰ ਦੇ ਨਾਲ ਜਿਹੜੀ ਸੱਤਾ 'ਚ ਬੈਠੇ ਲੋਕ ਸੀ, ਕਿਉਂ ਖਿਚੜੀ ਸੀ, ਜਿਹਦੇ ਕਰਕੇ ਐਡਾ ਵੱਡਾ ਭਾਣਾ ਵਾਪਰਿਆ। ਕੀ ਕਹੋਗੇ ਭੌਰ ਸਾਹਿਬ ਇਸ ਮਾਮਲੇ ਦੇ ਉੱਤੇ? ਜੀ ਸਿੱਧੂ ਸਾਹਿਬ, ਜਿਹੜਾ ਜਿਸ ਮਸਲੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ, ਇਹ ਬਹੁਤ ਭਾਵੁਕ ਮਸਲਾ ਹੈ, ਪਰ ਕਈ ਵਾਰੀ ਅਸੀਂ ਜਜ਼ਬਾਤੀ ਹੋ ਕੇ ਕੁਝ ਐਸੀਆਂ ਗੱਲਾਂ ਕਰ ਜਾਂਦੇ ਹਾਂ ਜਿਹਦੇ ਦੂਰ ਰਸ ਪ੍ਰਭਾਵ ਵੀ ਮਿਲਦੇ। ਮੈਂ ਇਹ ਸਮਝਦਾ ਕਿ ਇਹ ਸਿੱਖ ਮਾਨਸਿਕਤਾ ਦੇ ਉੱਪਰ ਹਮਲਾ ਸੀ। ਸਿੱਖਾਂ ਦੀ ਰੂਹ ਨੂੰ ਗੋਲੀਆਂ ਨੇ ਛਲ ਨਹੀਂ ਕੀਤਾ। ਫੌਜੀਆਂ ਦੇ ਦਗੜ ਕਰਦੇ ਬੂਟ ਜਿਹੜੇ ਪ੍ਰਕਰਮਾਂ ਵਿੱਚ ਘੁੰਮ ਰਹੇ ਸੀ, ਅੱਜ ਵੀ ਸਿੱਖਾਂ ਦੀ ਆਤਮਾ ਵਿੱਚ ਉਸੇ ਤਰ੍ਹਾਂ ਆਵਾਜ਼ਾਂ ਦੇ ਰਹੇ। ਔਰ ਇਹਦੇ ਪਿੱਛੇ ਜੋ ਹਾਲਾਤ ਬਣੇ, ਕੌਣ ਦੋਸ਼ੀ ਹੈ ਕੌਣ ਨਹੀਂ, ਇਹ ਬਹੁਤ ਵੱਡੀ ਪੜਚੋਲ ਦਾ ਮਸਲਾ ਹੈ। ਨਾ ਅਜੇ ਤੱਕ ਅਸੀਂ ਕਿਸੇ ਇਸ ਨਤੀਜੇ ਤੇ ਪੁੱਜ ਸਕੇ ਹਾਂ, ਨਾ ਸਰਕਾਰਾਂ ਸਾਨੂੰ ਇਨਸਾਫ ਦੇ ਸਕੇ। ਔਰ ਮੈਂ ਮਹਿਸੂਸ ਕਰਦਾ, ਕਿਉਂਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਵਕਾਲਤ ਕਰਦਾ ਸੀ ਜੀ, ਔਰ ਮੈਂ ਵਕਾਲਤ ਕਰਦਿਆਂ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ, ਕਿਵੇਂ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ ਸੀ। ਅੱਜ ਵੀ ਤੁਸੀਂ ਜੇ ਉਹ FIR ਸਾਰੀਆਂ ਲੱਭੋ, ਮੇਰੇ ਕੋਲ ਵੀ ਪਈਆਂ ਕਾਫੀ, ਇੱਕੋ ਹੀ ਹੁੰਦਾ ਸੀ, ਵਕੂਆ ਬਣਾਇਆ ਜਾਂਦਾ ਵੀ ਨਹਿਰ ਦੇ ਪੁਲ ਤੇ ਨਾਕਾ ਲੱਗਾ ਸੀ, ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਦਿਖੇ, ਉਹਨਾਂ ਨੂੰ ਲਲਕਾਰਿਆ, ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ, ਜਵਾਬੀ ਫਾਇਰਿੰਗ 'ਚ ਦੋਨੇ ਮਰ ਗਏ ਤੇ ਪੁਲਿਸ ਦੀ ਝਰੀਟ ਵੀ ਨਹੀਂ ਆਈ। ਅਣਪਛਾਤੀਆਂ ਲਾਸ਼ਾਂ ਦਾ ਕਹਿਰ ਆਪਾਂ ਸਾਰਾ ਕੁਝ ਬਹੁਤ ਵਾਰੀ ਸੁਣ ਚੁੱਕੇ ਹਾਂ, ਬਹੁਤ ਵਾਰੀ ਹੰਢਾ ਚੁੱਕੇ। ਤੇ ਕੁਝ ਲੋਕ ਇਹ ਵੀ ਦਲੀਲ ਦਿੰਦੇ ਨੇ ਕਿ ਸੰਤ ਤੁਸੀਂ ਕਹਿ ਰਹੇ ਭੌਰ ਸਾਹਿਬ ਜੀ, ਭੌਰ ਸਾਹਿਬ ਬਹੁਤ ਵੱਡੇ ਭਾਵੁਕ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ। ਮੇਰੀ ਮਜਬੂਰੀ ਹੈ, ਟੈਕਨੀਕਲ ਤੌਰ ਤੇ ਇੱਕ ਬ੍ਰੇਕ ਲੈਣੀ ਪੈਣੀ ਹੈ। ਮੈਂ ਇਸੇ ਮੁੱਦੇ ਤੇ ਆ ਰਿਹਾ ਵਾਪਸ, ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਭੌਰ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਬੜੇ ਭਾਵੁਕ ਅੰਦਾਜ਼ ਦੇ ਨਾਲ ਉਸ ਵੇਲੇ ਦੀਆਂ ਜਿਹੜੀਆਂ ਪਰਿਸਥਿਤੀਆਂ ਸੀ ਉਹਨਾਂ ਦਾ ਜ਼ਿਕਰ ਕਰ ਰਹੇ ਸੀ। ਜੀ ਭੌਰ ਸਾਹਿਬ। ਹਾਂਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਝੂਠੇ ਪੁਲਿਸ ਮੁਕਾਬਲੇ, ਸਿੱਖਾਂ ਤੇ ਅਤਿਆਚਾਰ ਔਰ ਪੋਲੀਟੀਕਲੀ ਇਨਸਾਫ ਮੰਗਦੇ ਲੋਕਾਂ ਨੂੰ ਅੱਤਵਾਦੀ ਗਰਦਾਨ ਦੇਣਾ, ਵੱਖਵਾਦੀ ਗਰਦਾਨ ਦੇਣਾ, ਦੇਸ਼ ਦੇ ਦੁਸ਼ਮਣ ਗਰਦਾਨ ਦੇਣਾ,
ਇਹ ਬਹੁਤ ਜ਼ੋਰ ਨਾਲ ਹੋ ਰਿਹਾ ਸੀ। ਮੀਡੀਆ ਅੱਜ ਵਰਗੀ ਤਾਕਤ ਨਹੀਂ ਸੀ ਰੱਖਦਾ ਉਸ ਵੇਲੇ, ਜਿਹੋ ਜੀ ਉਸ ਵੇਲੇ ਮੀਡੀਆ ਦੇ ਕੋਲ ਸ਼ਕਤੀ ਨਹੀਂ ਸੀ। ਸਰਕਾਰੀ ਧਿਰਾਂ ਜਿਹੜੀਆਂ ਸੀ, ਜਿਹੜੇ ਆਪਣੇ ਦੁਸ਼ਮਣ ਨੂੰ ਵੱਡੇ ਤੋਂ ਵੱਡਾ ਦੁਸ਼ਮਣ ਬਣਾ ਕੇ ਪੇਸ਼ ਕਰ ਰਹੀਆਂ ਸੀ। ਔਰ ਮੈਂ ਕੱਲ ਪਰਸੋਂ ਹੀ ਇੱਕ SK ਸਿਨਹਾ ਸਾਹਿਬ ਜਿਹੜੇ ਬ੍ਰਿਗੇਡੀਅਰ ਸਨ ਉਸ ਵੇਲੇ, ਉਹਨਾਂ ਦੀ ਇੱਕ ਇੰਟਰਵਿਊ ਸੁਣੀ ਸੀ, ਪੜ੍ਹੀ ਵੀ ਹੈ। ਜੋ ਉਹਦੇ ਤੋਂ ਅਨੁਭਵ ਹੋਇਆ ਕਿ ਇਹ ਤਾਂ ਫੈਸਲਾ ਬਹੁਤ ਪਹਿਲਾਂ ਹੀ ਇੰਦਰਾ ਗਾਂਧੀ ਨੇ ਕਰ ਲਿਆ ਸੀ। ਇਹ ਬਲੂ ਸਟਾਰ ਆਪਰੇਸ਼ਨ ਜਿਹਨੂੰ ਨਾਂ ਦਿੱਤਾ ਗਿਆ, ਜਿਹਨੂੰ ਅਸੀਂ ਤੀਜਾ ਘੱਲੂਘਾਰਾ ਕਹਿੰਦੇ ਆ, ਇਹਦੀ ਵਿਉਂਤਬੰਦੀ ਵੀ ਪਹਿਲਾਂ ਹੀ ਕਰ ਲਈ ਗਈ ਸੀ। ਔਰ ਸ਼ਾਇਦ ਇਹਦੀ ਰਿਹਰਸਲ ਉਸ ਵੇਲੇ ਕੀਤੀ ਗਈ ਜਦੋਂ ਸੰਤ ਜਰਨੈਲ ਸਿੰਘ ਜੀ ਅਜੇ ਦਰਬਾਰ ਸਾਹਿਬ ਦੇ ਵਿੱਚ ਵੀ ਨਹੀਂ ਸੀਗੇ। ਇਹ ਬਹੁਤ ਕੁਝ ਵੇਖਣ ਤੇ ਪਰਖਣ ਵਾਲੇ ਅਜੇ ਭੇਤ ਹਨ ਜਿਹੜੇ ਵਕਤ ਨਾਲ ਸਾਹਮਣੇ ਆਉਣਗੇ। ਤੇ ਮੈਂ ਇਹ ਜ਼ਿਕਰ ਕਰ ਰਿਹਾ ਸੀ ਕਿ ਕੁਝ ਲੋਕ ਅੱਜ ਵੀ ਇਹ ਕਹਿ ਦਿੰਦੇ ਨੇ ਵੀ ਸੰਤਾਂ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ, ਕਿਉਂਕਿ ਕੁਝ ਲੋਕ ਐਸੀਆਂ ਉਂਗਲਾਂ ਵੀ ਚੁੱਕਦੇ ਨੇ ਵੀ ਸੰਤਾਂ ਕਰਕੇ ਹੀ ਉੱਥੇ ਫੌਜ ਬੜੀ। ਇਹ ਬਹੁਤ ਹਾਸੋਹੀਣੀਆਂ ਗੱਲਾਂ ਹਨ। ਸੰਤ ਮਹਾਂਪੁਰਸ਼ਾਂ ਨੇ ਜਿਹੜਾ ਬੀੜਾ ਚੁੱਕਿਆ ਹੋਇਆ ਸੀ, ਉਹ ਕੇਵਲ ਧਰਮ ਪ੍ਰਚਾਰ ਦੀ ਗੱਲ ਕਰਦੇ ਸਨ, ਅੰਮ੍ਰਿਤ ਸੰਚਾਰ ਕਰਦੇ ਸਨ, ਬਾਣੀ ਪੜ੍ਹਦੇ ਤੇ ਪੜ੍ਹਾਉਣ ਦੀ ਸੇਵਾ ਕਰ ਰਹੇ ਸਨ। ਮਾਲਾ ਤੇ ਫਿਰਦੇ ਹੱਥ ਕਦੋਂ ਤਲਵਾਰ ਦੇ ਮੁੱਠੇ ਤੇ ਆ ਗਏ, ਇਹਦੀ ਪੜਚੋਲ ਕਰਨੀ ਅਤਿਅੰਤ ਜ਼ਰੂਰੀ। ਕਿਵੇਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ ਹੱਥਾਂ ਵਿੱਚ ਹਥਿਆਰ ਚੁੱਕਣੇ ਪਏ, ਆਪਣੀ ਕੌਮ ਨਾਲ ਹੋਈਆਂ ਬੇਇਨਸਾਫੀਆਂ ਦੂਰ ਕਰਨ ਦੇ ਲਈ, ਕਿਵੇਂ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਨਿਤਰਨਾ ਪਿਆ। ਇਹ ਕੋਈ ਛੋਟੀ ਗੱਲ ਨਹੀਂ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਨੂੰ ਸਮਝਣ ਪਰਖਣ ਦੇ ਲਈ ਬੜਾ ਸਮਾਂ ਲੱਗੇਗਾ। ਮੈਂ ਇੱਕ ਵਿਸ਼ਵਾਸ ਦਾ ਪਾਤਰ ਜ਼ਰੂਰ ਹਾਂ ਕਿ ਸ਼ਹੀਦਾਂ ਦੇ ਸੁਪਨੇ ਵੀ ਸ਼ਹੀਦਾਂ ਵਾਂਗਰ ਅਮਰ ਹੀ ਹੁੰਦੇ। ਜੇ ਸ਼ਹੀਦ ਅਮਰ ਹੁੰਦੇ ਨੇ ਤਾਂ ਸ਼ਹੀਦਾਂ ਦੇ ਸੁਪਨੇ ਵੀ ਕਦੇ ਨਹੀਂ ਮਰਦੇ। ਪਰੰਤੂ ਕੋਸ਼ਿਸ਼ ਇਹ ਕੀਤੀ ਜਾਂਦੀ ਰਹੀ ਵਕਤ ਬ ਵਕਤ ਸੱਤਾ ਦੇ ਲਾਲਚੀਆਂ ਵੱਲੋਂ, ਜਿਹੜੀਆਂ ਕੇਂਦਰ ਦੀਆਂ ਭਾਈਵਾਲਾਂ ਦਾ ਜ਼ਿਕਰ ਕਰਦਾ। ਮੈਂ ਬਾਈ ਨੇਮ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਬਹੁਤ ਕੁਝ ਸਮਾਨ ਹੈ। ਮੈਂ ਆਪਣੇ ਸਾਥੀਆਂ ਨੂੰ ਕੰਟਰਾਡਿਕਟ ਵੀ ਨਹੀਂ ਕਰ ਸਕਦਾ, ਇਹਨੂੰ ਬਹਿਸ ਦਾ ਮੁੱਦਾ ਵੀ ਨਹੀਂ ਬਣਾ ਸਕਦਾ। ਮੈਂ ਇਹ ਸਮਝਦਾ ਕਿ ਜਿਸ ਮਕਸਦ ਦੇ ਲਈ ਇਹ ਜੰਗ ਸ਼ੁਰੂ ਹੋਈ ਸੀ, ਉਸ ਮਕਸਦ ਨੂੰ ਅੱਗੇ ਉਹਨਾਂ ਦੇ ਵਾਰਸਾਂ ਨੇ ਲੈ ਕੇ ਜਾਣਾ ਸੀ। ਅੱਜ ਰਾਜਨੀਤਿਕ ਤੌਰ ਤੇ ਇਹ ਗੱਲਾਂ ਮਨਵਾਈਆਂ ਜਾ ਸਕਦੀਆਂ ਸਨ, ਜਿਹੜੀਆਂ ਮੰਗਾਂ ਸਨ ਉਹ ਕੇਵਲ ਸੱਤਾ ਦੇ ਭੁੱਖੇ ਲੋਕਾਂ ਨੇ ਉਹ ਵੀ ਸਾਰਾ ਕੁਝ ਖਤਮ ਕਰਕੇ ਰੱਖ ਦਿੱਤਾ। ਨਾ ਅੱਜ ਪੰਜਾਬ ਦੀ ਗੱਲ ਹੋ ਰਹੀ ਹੈ, ਨਾ ਪਾਣੀ ਦੀ ਗੱਲ ਹੋ ਰਹੀ ਹੈ, ਨਾ ਰਾਜਧਾਨੀ ਦੀ ਗੱਲ ਹੋ ਰਹੀ ਹੈ, ਨਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋ ਰਹੀ ਹੈ। ਇਹ ਬਹੁਤ ਵੱਡੇ ਸਵਾਲ ਹਨ। ਇਹ ਮੈਂ ਜੇ ਇਹ ਕਹਿ ਦੇਵਾਂ ਅਤਕਥਨੀ ਨਹੀਂ, ਸਮੇਤ ਮੇਰੇ ਸਾਡੀ ਕੌਮ ਦੀ ਨਲਾਇਕੀ ਹੈ। ਅਸੀਂ ਆਪਣੇ ਸ਼ਹੀਦਾਂ ਦੇ ਡੁੱਲੇ ਲਹੂ ਨੂੰ ਇਨਸਾਫ ਨਹੀਂ ਦਵਾ ਸਕਦੇ। ਜੇ ਅਸੀਂ ਇਨਸਾਫ ਦਿਵਾਉਣ ਦੀ ਸਮਰੱਥਾ ਰੱਖਦੇ, ਅਸੀਂ ਪਾਟੋ ਧਾੜ ਹੋ ਗਏ, ਲੀਰੋ ਲੀਰ ਹੋ ਗਏ, ਇੱਕ ਦੂਜੇ ਤੇ ਭਰੋਸਾ ਨਹੀਂ ਕਰਦੇ, ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ। ਔਰ ਜਿਹੜੀਆਂ ਗੱਲਾਂ ਕਰਕੇ ਪੰਜਾਬ ਨੇ ਏਡਾ ਵੱਡਾ ਸੰਤਾਪ ਭੋਗਿਆ, ਪੰਜਾਬ ਦੀ ਧਰਤੀ ਲਹੂ ਲੁਹਾਨ ਹੋ ਗਈ, ਅੱਜ ਵੀ ਉਹ ਸਵਾਲ ਉੱਥੇ ਦੇ ਉੱਥੇ ਹੀ ਖੜੇ ਨੇ, ਉੱਤਰ ਉਹਨਾਂ ਦਾ ਕੋਈ ਅਜੇ ਵੀ ਪ੍ਰਾਪਤ ਨਹੀਂ ਹੋ ਰਹੀ। ਇਹ ਬਹੁਤ ਵੱਡਾ ਸੰਤਾਪ ਹੈ। ਔਰ ਮੈਂ ਜਦੋਂ ਇਹ ਦਿਨ ਆਉਂਦੇ ਨੇ, ਕੁਦਰਤੀ ਭਾਵਕ ਹੋ ਜਾਣਾ ਬਹੁਤ ਬਣ ਜਾਂਦਾ, ਸੁਭਾਵਿਕ ਤੌਰ ਤੇ ਅੱਖਾਂ 'ਚੋਂ ਅਥਰੂ ਕਰਦੇ ਨੇ। ਪ੍ਰਕਰਮਾਂ ਵਿੱਚ ਰੋਕਿਆ ਨਹੀਂ ਡਿੱਗੇ ਹੋਏ ਚੀਥੜੇ ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖੇ ਨੇ। ਔਰ ਕੰਧਾਂ ਦੇ ਨਾਲ ਚਿਪਕੀਆਂ ਹੋਈਆਂ ਮਾਸ ਦੀਆਂ ਬੋਟੀਆਂ ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖੀਆਂ। ਬੱਚਿਆਂ ਦੇ ਲਹੂ ਨਾਲ, ਬਜ਼ੁਰਗਾਂ ਦੇ ਲਹੂ ਨਾਲ, ਭੈਣਾਂ ਦੇ ਲਹੂ ਨਾਲ, ਸ਼ਰਧਾਲੂਆਂ ਦੇ ਲਹੂ ਨਾਲ ਲਾਲ ਹੋਈ ਪ੍ਰਕਰਮਾਂ ਨੂੰ ਮੈਂ ਆਪਣੇ ਅੱਖੀਂ ਵੇਖਿਆ। ਬੇਸ਼ੱਕ ਫੌਜੀਆਂ ਨੇ ਬੜਾ ਜ਼ੋਰ ਲਾ ਕੇ ਉਹਨੂੰ ਸਾਫ਼ ਕਰਨ ਦਾ ਯਤਨ ਕੀਤਾ ਸੀ। ਜਿਸ ਦਿਨ ਪਹਿਲੇ ਦਿਨ ਖੁੱਲੀ, ਅਸੀਂ 22 ਵਕੀਲ ਉਸ ਦਿਨ ਦੇਖਣ ਗਏ ਸੀ ਤੇ ਉਹ ਧਰਤੀ ਅਜੇ ਵੀ ਲਾਲ ਸੀ, ਅਜੇ ਵੀ ਕੰਧਾਂ ਦੇ ਉੱਤੇ ਚੀਥੜੇ ਉੱਡ ਰਹੇ ਸੀ। ਇਹ ਸਭ ਕੁਝ ਇਸ ਤਰ੍ਹਾਂ ਹੋ ਜਾਣਾ, ਮੈਂ ਸਮਝਦਾ ਕਿ ਹਰਿਮੰਦਰ ਸਾਹਿਬ ਦੇ ਵਿੱਚੋਂ ਜਿਹੜਾ ਚੱਲਦਾ ਗੁਰਬਾਣੀ ਦਾ ਪ੍ਰਵਾਹ ਹੈ, ਉਹ ਸਿੱਖਾਂ ਦੀ ਰੂਹ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੈ। ਇਹ ਹਮਲਾ ਕਿਸੇ 100-200 ਬੰਦੇ ਦੇ ਉੱਤੇ ਨਹੀਂ ਸੀ। ਸਿੱਖਾਂ ਦੀ ਰੂਹ, ਸਿੱਖਾਂ ਦੀ ਆਤਮਾ ਤੇ ਸਿੱਖਾਂ ਦੀ ਆਨ ਤੇ ਸ਼ਾਨ ਤੇ ਹਮਲਾ ਸੀ, ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ। ਆਉਣ ਵਾਲੀਆਂ ਪੀੜ੍ਹੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਦੀਆਂ ਰਹਿਣਗੀਆਂ ਤੇ ਹੁਣ ਵਾਲੀਆਂ ਨੂੰ ਦੱਸਦੀਆਂ ਰਹਿਣਗੀਆਂ। ਹਾਂ, ਇਹ ਕੁਝ ਜ਼ਰੂਰ ਹੈ ਕਿ ਬੇਇਨਸਾਫੀ ਜਦੋਂ ਹੁੰਦੀ ਹੈ, ਜਦੋਂ ਇਨਸਾਫ ਨਹੀਂ ਮਿਲਦਾ, ਗੁਰਬਾਣੀ ਵੀ ਸਿੱਖੀ ਦਾ
ਕੇਂਦਰ ਬਿੰਦੂ ਹੈ। ਸਿੱਖੀ ਗੁਰਬਾਣੀ ਤੋਂ ਬਿਨਾਂ ਸੋਚ ਵੀ ਨਹੀਂ ਸਕਦਾ ਕੋਈ। ਆ ਤੁਸੀਂ ਪਿੱਛੇ ਵੀ ਵੇਖਿਆ, ਬਰਗਾੜੀ ਦੇ ਵਿੱਚ ਗੁਰਬਾਣੀ ਦਾ ਅਪਮਾਨ ਹੋਇਆ। ਸਰਕਾਰਾਂ ਚਾਹੇ ਕੋਈ ਹੋਣ, ਸਰਕਾਰਾਂ ਬਦਲਦੀਆਂ ਰਹੀਆਂ, ਪਰੰਤੂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਨਾ 84 ਦਾ ਇਨਸਾਫ ਮਿਲਿਆ, ਨਾ ਨਵੰਬਰ 84 ਦੇ ਕਤਲੇਆਮ ਦਾ ਇਨਸਾਫ ਮਿਲਿਆ। ਇਹ ਸਿੱਖਾਂ ਦੀ ਰੂਹ ਤੇ ਬਾਰ-ਬਾਰ ਹਮਲੇ ਹੋ ਰਹੇ ਨੇ, ਸ਼ਾਸਕ ਬਦਲ ਰਹੇ ਨੇ ਤੇ ਬਦਲੇ ਹੋਏ ਸ਼ਾਸਕਾਂ ਨੇ ਹਮੇਸ਼ਾ ਹੀ ਆਪਣੀਆਂ ਵੋਟਾਂ ਇਕੱਠੀਆਂ ਕਰਨ ਦੀ ਖਾਤਰ ਇਹਨਾਂ ਮੁੱਦਿਆਂ ਨੂੰ ਵਰਤਿਆ, ਪਰੰਤੂ ਨਾ ਪੰਜਾਬ ਦੇ ਮਸਲੇ ਹੱਲ ਹੋ ਸਕੇ, ਨਾ ਡੁੱਲੇ ਹੋਏ ਲਹੂ ਦਾ ਇਨਸਾਫ। ਕੌਰ ਸਾਹਿਬ ਪੰਜਾਬ ਦੇ ਜੀ, ਮੈਂ ਦੁਬਾਰਾ ਵੀ ਇਸ ਮੁੱਦੇ ਤੇ ਆਵਾਂਗਾ। ਬਹੁਤ ਹੀ ਤੁਸੀਂ ਭਾਵਕ ਤੇ ਰੂਹ ਦੇ ਨਾਲ ਆਪਣੀ ਗੱਲ ਕਰ ਰਹੇ ਹੋ। ਡਾਕਟਰ ਭਗਵਾਨ ਸਿੰਘ ਜੀ, ਜਿਸ ਮਾਮਲੇ ਤੇ ਪੌਰ ਸਾਹਿਬ ਨੇ ਗੱਲ ਕੀਤੀ ਹੈ, ਗੁਰਤੇਜ ਜੀ ਨੇ ਕੀਤੀ ਹੈ, ਤੁਸੀਂ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਜ਼ਦੀਕੀ ਸਾਥੀ ਹੋ। ਜਦੋਂ ਇਹ ਮਾਹੌਲ ਬਣਿਆ, ਜਿੱਦਾਂ ਪੌਰ ਸਾਹਿਬ ਨੇ ਵੀ ਕਿਹਾ, ਗੁਰਤੇਜ ਜੀ ਨੇ ਵੀ ਕਿਹਾ ਵੀ ਇਹ ਤਾਂ ਗਿਣੀ ਮਥੀ ਯੋਜਨਾ ਦੇ ਢੰਗ ਨਾਲ ਸਾਰਾ ਕੁਝ ਪਹਿਲਾਂ ਹੀ ਤੈਅ ਸੀ, ਤੇ ਤੁਸੀਂ ਜਦੋਂ ਸੰਤ ਭਿੰਡਰਾਂਵਾਲਾ ਨੂੰ ਉਸ ਸਮੇਂ ਦੇ ਵਿੱਚ ਮਿਲੇ, ਉਹਨਾਂ ਦਿਨਾਂ 'ਚ ਮਿਲੇ, ਕਿਹੋ ਜਿਹਾ ਮੂਡ ਸੀ ਤੇ ਕੀ ਮਹਿਸੂਸ ਕਰਦੇ ਸੀ ਕਿ ਕੀ ਵਰਤਾਰਾ, ਕੀ ਭਾਣਾ ਵਾਪਰਨ ਜਾ ਰਿਹਾ? ਡਾਕਟਰ ਸਾਹਿਬ। ਮੈਂ ਸਿੱਧੂ ਸਾਹਿਬ ਮਾਰਚ 1984 ਚਲਾ ਗਿਆ ਸੀ ਬਾਰ ਸਾਹਿਬ, ਕਿਉਂਕਿ ਉਦੋਂ ਯੂਨੀਵਰਸਿਟੀ ਦੇ ਹਾਲਾਤ ਇਸ ਨਹੀਂ ਸਨ। ਸਟੂਡੈਂਟ ਫੈਡਰੇਸ਼ਨ ਦਾ ਮੈਂ ਉਦੋਂ ਕਨਵੀਨਰ ਸੀ ਚੰਡੀਗੜ੍ਹ ਯੂਨਿਟ ਦਾ, ਤੇ ਫੈਡਰੇਸ਼ਨ ਤੇ ਪਾਬੰਦੀ ਲੱਗ ਚੁੱਕੀ ਸੀ। ਇਸ ਵਾਸਤੇ ਮੈਨੂੰ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਹੁਣ ਇੱਥੇ ਆ ਜਾਓ, ਤੁਹਾਡਾ ਯੂਨੀਵਰਸਿਟੀ ਛੱਡਣਾ ਹੀ ਠੀਕ ਹੈ। ਉਸ ਤੋਂ ਬਾਅਦ ਮਾਰਚ, ਅਪ੍ਰੈਲ, ਮਈ ਤੇ 6 ਜੂਨ ਤੱਕ ਮੈਂ ਉੱਥੇ ਰਿਹਾ। ਵਿੱਚੋਂ ਕਦੇ ਕਦੇ ਮੈਂ ਪਟਿਆਲੇ ਚਲਾ ਜਾਂਦਾ ਸੀ, ਕਿਉਂਕਿ ਕੁਝ ਮੁੰਡਿਆਂ ਦਾ ਆਪਸ ਦੇ ਵਿੱਚ ਮਤਭੇਦ ਹੁੰਦਾ ਸੀ, ਉਹਨਾਂ ਨੂੰ ਰਿਜ਼ੋਲਵ ਕਰਨ ਵਾਸਤੇ। ਸੋ ਜਿਹੜਾ ਕੁਛ ਉੱਥੇ ਰਹਿ ਕੇ ਦੇਖਿਆ ਮੈਂ, ਜਨਰਲ ਸੁਬੇਗ ਸਿੰਘ ਹੋਰੀ ਵੀ ਸਾਡੇ ਨਾਲ ਹੀ 9 ਨੰਬਰ ਕਮਰੇ ਸਨ, ਮੈਂ 6 ਨੰਬਰ ਕਮਰੇ ਸੀ। ਇੱਕ ਰੈਸਟ ਹਾਊਸ ਮੇਰੇ ਨਾਲ ਪ੍ਰੋਫੈਸਰ ਢਾਲੀਵਾਲ ਹੁੰਦੇ ਸੀ, ਇੱਕ ਚਰਨਜੀਤ ਤਲਵੰਡੀ ਸੀ, ਤਲਵੰਡੀ ਦਾ ਭਤੀਜਾ, ਉਹ ਵੀ ਸਾਡੇ ਨਾਲ ਹੁੰਦਾ ਸੀ। ਸੋ 1 ਤਰੀਕ ਤੋਂ ਬਾਅਦ ਤਾਂ ਫਿਰ ਇੱਕਦਮ ਹੀ ਮਤਲਬ ਗੋਲਾਬਾਰੀ ਸ਼ੁਰੂ ਹੀ ਹੋ ਗਈ ਨਾ। 1 ਤਰੀਕ ਨੂੰ ਸਾਰਾ ਦਿਨ CRP ਫਾਇਰਿੰਗ ਕਰਦੀ ਰਹੀ, ਤੇ 1 ਤਰੀਕ ਨੂੰ ਜਦੋਂ ਅਸੀਂ ਦਰਬਾਰ ਸਾਹਿਬ ਗਏ, ਮੈਂ ਤੇ ਜਨਰਲ ਜਰਨੈਲ ਸਾਹਿਬ, ਉਦੋਂ ਅਸੀਂ ਜਾ ਕੇ ਦੇਖਿਆ ਮੇਰੇ ਖਿਆਲ ਘੱਟ ਤੋਂ ਘੱਟ 100 ਗੋਲੀਆਂ ਨੇ ਜਿਹੜੀਆਂ ਉਹ ਦਰਬਾਰ ਸਾਹਿਬ ਨੂੰ ਲੱਗੀਆਂ ਹੋਣਗੀਆਂ। ਦਰਬਾਰ ਸਾਹਿਬ ਦੇ ਜਿੱਥੇ ਗੋਲੀ ਲੱਗਦੀ ਸੀ ਉੱਥੇ ਛੋਟੀ ਜਿਹੀ ਮੋਰੀ ਦਿਖਾਈ ਦਿੰਦੀ ਸੀ। ਉਹ ਮੋਰੀਆਂ ਜੇ ਇੱਥੇ ਗਿਣ ਲੱਗੀ ਹੈ ਕਿ ਮੈਂ ਤਾਂ 100 ਤੋਂ ਜ਼ਿਆਦਾ ਸਨ। ਇਸ ਵਾਸਤੇ ਇਹ ਤਾਂ ਕਲੀਅਰ ਹੋ ਗਿਆ ਸੀ ਵੀ ਸਰਕਾਰ ਕੀ ਕਰਨ ਜਾ ਰਹੀ ਹੈ। ਹੁਣ ਮੈਂ ਇਹ ਮਤਲਬ ਸਰਦਾਰ ਗੁਰਤੇਜ ਸਿੰਘ ਦੀਆਂ ਗੱਲਾਂ ਮੈਂ ਸੁਣੀਆਂ ਨੇ, ਇਹਨਾਂ ਦੀਆਂ ਵੀ ਭੌਰ ਸਾਹਿਬ ਦੀਆਂ ਸੁਣੀਆਂ ਨੇ। ਸਵਾਲ ਤਾਂ ਇਹ ਹੁੰਦਾ ਵੀ ਆਪਣੀ ਮਤਲਬ ਇਹਦਾ ਪਿਛੋਕੜ ਕੀ ਹੈ, ਇਹ ਸਾਰਾ ਕੁਝ ਕਿਉਂ ਵਾਪਰਿਆ। ਇਹ ਤਾਂ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਦੱਸਤਾ ਵੀ ਇਹ ਲੀਡਰਸ਼ਿਪ ਆਪਣੀ ਜਿਹੜੀ ਇਨਕੰਪੀਟੈਂਟ ਹੈ। ਭੌਰ ਸਾਹਿਬ ਨੇ ਵੀ ਦੱਸਤਾ ਵੀ ਇਹ ਲੀਡਰਸ਼ਿਪ ਜਿਹੜੀ ਇਨਕੰਪੀਟੈਂਟ ਹੈ। ਮੈਂ ਵੀ ਕਈ ਵਾਰ ਜ਼ਿਕਰ ਕਰਦਾ ਹੁੰਦਾ ਵੀ ਗੁਰਦੇਵ ਸਿੰਘ ਗਰੇਵਾਲ IAS ਹੋਏ ਨੇ, ਕਿ ਉਹਨਾਂ ਨੇ ਬੁੱਕ ਲਿਖੀ ਹੈ ਸਰਚਿੰਗ ਆਈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਸਿੱਖਸ ਆਰ ਪਾਸਿੰਗ ਥਰੂ ਫੇਜ਼ ਆਫ ਕਰਸ ਆਫ ਲੀਡਰਸ਼ਿਪ। ਤੇ ਜੇ ਅਸੀਂ ਇਹ ਗੱਲ ਸਮਝੀਏ ਵੀ ਅਸੀਂ ਕਰਸ ਆਫ ਲੀਡਰਸ਼ਿਪ ਵਿੱਚੋਂ ਲੰਘ ਰਹੇ ਹਾਂ, ਤਾਂ ਕਿੰਨਾ ਚਿਰ ਹੋ ਗਿਆ ਸਾਨੂੰ ਇਸ ਕਰਸ ਚੋਂ ਲੰਘਦਿਆਂ ਨੂੰ। ਪਹਿਲੀ ਗੱਲ ਤਾਂ ਇਹ ਵੀ ਖਾਲਸਾ ਰਾਜ ਤੋਂ ਬਾਅਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕੰਮ ਸੀ ਉਹ ਸਾਰਾ ਠੱਪ ਹੋ ਗਿਆ, ਕਿਉਂਕਿ ਬ੍ਰਹਮਨਿਕਲ ਫੋਰਸਿਸ ਇਨਫਿਲਟਰੇਟ ਕਰ ਚੁੱਕੀਆਂ ਸੀ ਉਹਦੇ ਵਿੱਚ। ਤੇ ਬ੍ਰਹਮਨਿਕਲ ਫੋਰਸਿਸ ਕਦੇ ਵੀ ਨਹੀਂ ਚਾਹੁੰਦੀਆਂ ਕਿ ਖਾਲਸੇ ਦਾ ਰਾਜ ਹੋਵੇ, ਜਾਂ ਹਿੰਦੂਆਂ ਨਾਲ ਕੋਈ ਅੱਡ ਜਿਹੜਾ ਹਿੰਦੂਆਂ ਦੇ ਵਿੱਚੋਂ ਨਿਕਲ ਕੇ ਕੋਈ ਰਿਲੀਜਨ ਉਹ ਬਣੇ। ਬੁੱਧਿਜ਼ਮ ਨੂੰ ਬੜੀ ਹੁਸ਼ਿਆਰੀ ਦੇ ਨਾਲ ਇਹਨਾਂ ਨੇ ਖਤਮ ਕੀਤਾ, ਜੈਨਿਜ਼ਮ ਨੇ ਖਤਮ ਕੀਤਾ, ਸਿੱਖਿਜ਼ਮ ਇਹਨਾਂ ਨੂੰ ਰਟਕਦਾ ਹੈ। ਉਹ ਇੰਨਾ ਰਟਕਦਾ ਕਿ ਇਹਨਾਂ ਨੇ ਉਹ ਜਿਹੜੀ ਖਾਲਸਾ ਰਾਜ ਐਡੀ ਵੱਡੀ ਹਕੂਮਤ ਸੀ, ਜਿਹੜੀ ਏਸ਼ੀਆ ਦੀ ਬਹੁਤ ਸਭ ਨੂੰ ਵੱਡੀ ਤਾਕਤ ਸੀ, ਉਹਨੂੰ ਇਹਨਾਂ ਨੇ ਖਤਮ ਕੀਤਾ, ਵਿੱਚ ਇਨਫਿਲਟਰੇਟ ਕਰਕੇ ਵਿੱਚ ਜਰਨੈਲ ਆਪਦੇ ਵਾਰਤੇ, ਲਾਲ ਸਿੰਘ ਵਾਰਤਾ, ਤੇਜਾ ਸਿੰਘ ਵਾਰਤਾ, ਡੋਗਰੇ ਵੜ ਗਏ। ਉਸ ਤੋਂ ਬਾਅਦ ਟਾਈਮ ਆਉਂਦਾ ਹੈ 1947 ਦਾ। 1947 ਦੇ ਵਿੱਚ ਸਾਡੇ ਕੋਲ ਫਿਰ ਬਹੁਤ ਵਧੀਆ ਚਾਂਸ ਸੀ, ਚਲੋ ਜਿਹੜਾ ਸਾਡੇ ਨਾਲ ਪਹਿਲਾਂ ਹੋਇਆ ਉਹ ਤਾਂ ਹੋਇਆ, ਪਰ 47 ਦੇ ਵਿੱਚ ਸਾਡੀ ਲੀਡਰਸ਼ਿਪ ਨੂੰ ਇਹ ਦੇਖਣਾ ਚਾਹੀਦਾ ਸੀ ਕਿ ਸਾਨੂੰ ਹੁਣ ਕੌਮ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ। ਉਦੋਂ ਵੀ ਅਸੀਂ ਵੀ ਮਿਸਟਰੀ ਬਸ ਵੈਰੀ ਬੈਡਲੀ। ਔਰ ਇੱਥੋਂ ਤੱਕ ਕਿ ਮੁਹੰਮਦ ਅਲੀ ਜਿਨਾਹ ਨੇ ਜਦੋਂ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਮਾਊਂਟਬੈਟਨ ਵੱਲੋਂ ਜਾਂ ਉਸ ਤੋਂ ਪਹਿਲਾਂ ਵੇਵਲ ਵੱਲੋਂ ਕਿ ਤੁਸੀਂ ਇਹ ਜਿਹੜੀ ਇੰਟੈਰਿਮ ਗਵਰਨਮੈਂਟ ਹੈ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ, ਤੇ ਉਹਨੇ ਸਾਫ਼ ਹੀ ਕਿਹਾ ਵੀ ਇਹ ਜਿਹੜੇ ਹਿੰਦੂ ਨੇ ਨਾ ਦੇ ਆਰ ਸਬ ਹਿਊਮਨਸ, ਦੇ ਆਰ ਨਾਟ ਹਿਊਮਨਸ। ਤੇ ਸਬ ਹਿਊਮਨ ਦੇ ਨਾਲ ਜਿਹੜਾ ਹੈ ਇਸਲਾਮ ਦੇ ਜਿਹੜੇ ਫਾਲੋਅਰ ਨੇ ਉਹ ਕਦੇ ਵੀ ਨਹੀਂ ਚੱਲ ਸਕਦੇ। ਸੋ ਜੇ ਮੈਂ ਇਹ ਕਹਾਂ ਕਿ ਇਹ ਲੋਕ ਨੇ ਜਿਹੜੇ ਦੇ ਆਰ ਸਬ ਹਿਊਮਨਸ, ਤੇ ਉਹ ਸਬ ਹਿਊਮਨਸ਼ਿਪ ਜਿਹੜੀ ਇਹਨਾਂ ਦੀ ਉਹ ਦਰਬਾਰ ਸਾਹਿਬ ਤੇ ਅਟੈਕ ਕਰਨੇ ਬਿਲਕੁਲ ਹੀ ਸਾਫ਼ ਹੀ ਕਰਦੀ। ਜਿਸ ਤਰ੍ਹਾਂ ਸਰਦਾਰ ਗੁਰਤੇਜ ਸਿੰਘ ਹੋਰਾਂ ਨੇ ਕਿਹਾ ਵੀ ਇੰਨਾ ਕੁਛ ਕੀਤਾ ਇਹਨਾਂ ਵਾਸਤੇ, ਇਸ ਨੇਸ਼ਨ ਵਾਸਤੇ,
ਇਸ ਹਿੰਦੂਇਜ਼ਮ ਵਾਸਤੇ, ਇਹਨਾਂ ਹਿੰਦੂਆਂ ਵਾਸਤੇ। ਭੌਰ ਸਾਹਿਬ ਨੇ ਵੀ ਕਿਹਾ ਬਹੁਤ ਕੁਛ ਸਾਡਾ, ਪਰ ਉਹ ਸਵਾਲ ਇਹ ਆ ਵੀ ਅਸੀਂ ਜਿਹੜੇ ਕਰਸ ਆਫ ਲੀਡਰਸ਼ਿਪ ਉਹਦੇ ਵਿੱਚੋਂ ਅਸੀਂ ਕਿਉਂ ਨਹੀਂ ਨਿਕਲ ਰਹੇ ਅਜੇ ਤੱਕ। ਉਹ ਲਗਾਤਾਰ ਸਾਡੇ ਤੇ ਕਰਸ ਹੈ ਜਿਹੜਾ ਉਹ ਜਾਰੀ ਹੈ। ਉਸ ਤੋਂ ਬਾਅਦ ਜਿਹੜਾ ਸੰਤ ਜਰਨੈਲ ਸਿੰਘ ਦਾ ਟਾਈਮ ਆਉਂਦਾ, ਉਦੋਂ ਜਿਹੜੇ ਲੇਖਨੌਰ ਸਰ ਕਪੂਰ ਸਿੰਘ ਹੋਰਾਂ ਨੂੰ ਅਸੀਂ ਬਹੁਤ ਮਿਲਣ ਜਾਂਦੇ ਰਹੇ। ਉਦੋਂ ਉਹਨਾਂ ਦੇ ਪੈਲਸਿਸ ਦਾ ਅਟੈਕ ਹੋ ਚੁੱਕਿਆ ਸੀ ਤੇ ਜਗਰਾਓਂ ਗਏ ਉਹਨਾਂ ਨੂੰ ਮਿਲਣ। ਇਹ ਮੇਰੇ ਖਿਆਲ ਦਸੰਬਰ 83 ਦੀ ਜਾਂ ਜਨਵਰੀ ਦੀ ਗੱਲ ਹੋਣੀ, 84 ਦੀ। ਤੇ ਅਸੀਂ ਉਹਨਾਂ ਨੂੰ ਬਹੁਤ ਕਿਹਾ ਜੀ ਹੁਣ ਲੀਡਰ ਸਿੱਖਾਂ ਨੂੰ ਮਿਲ ਗਿਆ ਤੇ ਸ਼ਾਇਦ ਕੁਛ ਨਾ ਕੁਛ ਬਣ ਜਾਵੇ ਸਿੱਖਾਂ ਦਾ। ਤਾਂ ਉਹ ਬੜਾ ਸੀਰੀਅਸਲੀ ਉਹ ਇਸ ਗੱਲ ਨੂੰ ਸੁਣਦੇ ਰਹੇ। ਅਖੀਰ ਦੇ ਵਿੱਚ ਸਾਨੂੰ ਉਹ ਕਹਿਣ ਲੱਗੇ, ਮੁੰਡਿਓ ਤੁਹਾਨੂੰ ਨਹੀਂ ਪਤਾ, ਮੈਂ 40 ਸਾਲ ਇਹਨਾਂ ਲੋਕਾਂ ਦੇ ਵਿੱਚ ਰਿਹਾ, ਇਹਨਾਂ ਅਕਾਲੀਆਂ ਦੇ ਵਿੱਚ 40 ਸਾਲ ਲਾਈਫ ਦੇ ਕੋਈ ਥੋੜੇ ਨਹੀਂ। ਤੇ ਮੈਂ ਤੁਹਾਨੂੰ ਅੱਜ ਦੱਸ ਦੇਣਾ ਵੀ ਇਹ ਜੂਨ 1984 'ਚ ਸ਼ਾਇਦ ਉਹਨਾਂ ਦਾ ਕੋਈ ਅਨੁਭਵ ਸੀ ਇਹ ਵੀ ਜੂਨ 1984 'ਚ ਇਹਨਾਂ ਲੋਕਾਂ ਨੇ ਆਪ ਫੌਜ ਸੱਦ ਕੇ ਤੇ ਇਸ ਲੀਡਰ ਜਿਹੜਾ ਤੁਸੀਂ ਕਹਿੰਦੇ ਹੋ ਇਕੱਲਾ ਹੀ ਲੀਡਰ ਹੈ, ਉਹਨੂੰ ਇਹਨਾਂ ਨੇ ਮਰਵਾ ਦੇਣਾ। ਉਹਨੂੰ ਮਰਵਾਉਣ ਤੋਂ ਬਾਅਦ ਫਿਰ ਸਿੱਖਾਂ ਦੀ ਹਾਲਤ ਬਹੁਤ ਮਾੜੀ ਹੋ ਜਾਣੀ ਹੈ। ਤਾਂ ਉਹ ਹੁਣ ਅਸੀਂ ਮਤਲਬ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਅਸੀਂ ਹਾਲਾਤ ਵੇਖੇ ਨੇ, ਉੱਥੋਂ ਨਿਕਲ ਕੇ ਅਸੀਂ ਕਲਕੱਤੇ ਕਿਸ ਤਰ੍ਹਾਂ ਗਏ, ਕਲਕੱਤੇ ਜਾ ਕਿਸ ਤਰ੍ਹਾਂ ਰੀਆਰਗਨਾਈਜ਼ ਕੀਤਾ, ਕਿਸ ਤਰ੍ਹਾਂ ਸਰਕਾਰ ਸਾਡੇ ਮਗਰ ਫਿਰਦੀ ਸੀ ਵੀ ਅਸੀਂ ਉਹਦਾ ਨਾਲ ਗੱਲ ਕਰਨਾ ਚਾਹੁੰਦੇ ਹਾਂ। ਜਦੋਂ ਅਰਜਨ ਸਿੰਘ ਇੱਥੇ ਗਵਰਨਰ ਬਣ ਕੇ ਆਇਆ, ਉਸ ਦੇ ਬਾਵਜੂਦ ਵੀ ਸਾਰਾ ਕੁਛ ਇਹਨਾਂ ਨੇ ਜਿਹੜਾ ਲੌਂਗੋਵਾਲ ਨੇ ਕੀਤਾ, ਅੰਗੂਠਾ ਹੀ ਲਾਉਣ ਵਾਲੀ ਗੱਲ ਹੈ, ਅੰਗੂਠਾ ਲਾਤਾ ਉਹਨੇ, ਜਿੱਥੇ ਉਹਨਾਂ ਨੂੰ ਲਾਇਆ ਉੱਥੇ ਲਾਤਾ, ਜਿੱਥੇ ਬਰਨਾਲੇ ਤੇ ਬਲਵੰਤ ਸਿੰਘ ਨੇ ਕਿਹਾ ਉੱਥੇ ਲਾਤਾ। ਤੇ ਅਸੀਂ ਤਾਂ ਸਾਡੀ ਵੀ ਖੈਰ ਗੱਲ ਬਹੁਤ ਦੂਰ ਤੱਕ ਪਹੁੰਚ ਗਈ ਸੀ। ਉਹ ਟਾਈਮ ਹੀ ਇਸ ਤਰ੍ਹਾਂ ਦਾ ਸੀ ਵੀ ਜਲਦੀ ਦੇ ਵਿੱਚ ਜਿਹੜਾ ਕੋਈ ਲੱਭਦਾ ਸੀ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਨੂੰ ਸਰਦਾਰ ਗੁਰਤੇਜ ਸਿੰਘ ਵੱਲੋਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ, ਹੋਰ ਵੀ ਕਈ ਮੇਨ ਲੀਡਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਸਰਕਾਰ ਇਹ ਚਾਹੁੰਦੀ ਵੀ ਅਸੀਂ ਗੱਲਬਾਤ ਕਰੀਏ ਤੁਹਾਡੇ ਨਾਲ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ। ਲੇਕਿਨ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਉਦੋਂ ਲੱਭਣਾ ਹੀ ਮੁਸ਼ਕਿਲ ਸੀ। ਸਾਨੂੰ ਬੜੀ ਮੁਸ਼ਕਿਲ ਨਾਲ ਉਦੋਂ ਵਿੱਚ ਜਿਹੜੇ ਮੀਡੀਏਟਰ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਸਾਨੂੰ ਲੱਭੇ। ਮੈਨੂੰ ਖਾਸ ਕਰ ਕਲਕੱਤੇ ਤੱਕ ਉਹਨਾਂ ਨੇ ਮਤਲਬ ਚੱਕ ਮਾਰੇ। ਫਿਰ ਕਪੂਰਥਲੇ ਉਹਨੇ ਜਿਹੜਾ ਅਰੁਣ ਸਿੰਘ ਸੀ ਉਹਨੇ ਕਪੂਰਥਲੇ ਆਪਦੇ ਬੰਦੇ ਛੱਡੇ, ਤੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਬੰਦੇ ਛੱਡੇ ਉਹ ਸਾਨੂੰ ਲੱਭਣ ਵਾਸਤੇ ਸਰੂਪ ਸਿੰਘ ਨੂੰ ਛੱਡਿਆ। ਇੱਕ ਗਵਾਲੀਅਰ ਦਾ ਸਰਦਾਰ ਜਗਜੀਤ ਸਿੰਘ ਹੁੰਦੇ ਸੀ, ਉਹ ਅਰਜਨ ਸਿੰਘ ਦੇ ਬਹੁਤ ਨੇੜੇ ਸੀ। ਉਹਨਾਂ ਨੂੰ ਅਰਜਨ ਸਿੰਘ ਨੇ ਬੁਲਾ ਕੇ ਕਿਹਾ ਵੀ ਤੁਸੀਂ ਉਹਨਾਂ ਨੂੰ ਮਤਲਬ ਯੰਗਮੈਨ ਨੇ ਜਿਹੜੇ ਫੈਡਰੇਸ਼ਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਤੁਸੀਂ ਲੱਭੋ, ਸਾਨੂੰ ਮਿਲਾਓ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਉਹ ਵੀ ਮੈਨੂੰ ਉਹਨਾਂ ਨੇ ਵੀ ਲੱਭ ਲਿਆ, ਗਵਾਲੀਅਰ ਸਾਹਿਬ ਨੇ ਵੀ। ਉਸ ਤੋਂ ਬਾਅਦ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਬਹੁਤ ਨੇੜੇ ਗੱਲ ਸਾਡੀ ਪਹੁੰਚ ਗਈ ਸੀ। ਚਲੋ ਘੱਟ ਤੋਂ ਘੱਟ ਇੰਨਾ ਅਸੀਂ ਕਰਾ ਸਕਦੇ ਜਿਹੜੇ ਹਾਈਜੈਕਰ ਨੇ ਉਹਨਾਂ ਦਾ ਕੇਸ ਉਹ ਸਕੇਲ ਡਾਊਨ ਕਰਦੇ ਸੀ, ਖਾਸ ਕਰ ਜਿਹੜੇ ਇੱਧਰ ਸਨ ਉਹਨਾਂ ਨੂੰ ਤਾਂ ਛੱਡਣ ਵਾਸਤੇ ਤਿਆਰ ਸਨ। ਤੇ ਜਿਹੜੇ ਜੋਧਪੁਰ ਵਾਲੇ ਸਾਡੇ ਕੈਦੀ ਸੀ ਉਹਨਾਂ ਸਾਰਿਆਂ ਨੂੰ ਇੱਧਰ ਲਿਆ ਕੇ ਤੇ ਉਹ ਕਮੇਟੀ ਵਗੈਰਾ ਬਣਾ ਕੇ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਸਨ। ਤੇ ਸਾਨੂੰ ਉਹ ਕਹਿੰਦੇ ਸੀ ਤੁਸੀਂ ਆਪਦੀ ਕਮੇਟੀ ਬਣਾ ਕੇ ਡਿਸਾਈਡ ਕਰੋ ਕਿ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਜੇ ਇਲੈਕਸ਼ਨ ਲੜਨਾ ਚਾਹੁੰਦੇ ਜਾਂ ਨਹੀਂ ਲੜਨਾ ਚਾਹੁੰਦੇ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਉਸ ਤਰ੍ਹਾਂ ਕਰੋ। ਇਹ ਸਾਰਾ ਕੁਝ ਸਾਡੇ ਸਾਹਮਣੇ ਆ ਗਿਆ ਸੀ, ਮਤਲਬ ਸਾਡੀ ਬਾਸਕਟ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਸਿੱਟਾ, ਤੁਸੀਂ ਕਰ ਸਕਦੇ ਹੋ ਜੋ ਕਰਨਾ ਚਾਹੋ। ਲੇਕਿਨ ਹੋਇਆ ਕਿ ਉਹਨਾਂ ਨੇ ਇਹ ਸਾਰੀ ਗੱਲਬਾਤ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਸੰਤ ਲੌਂਗੋਵਾਲ ਨੂੰ ਆਪ ਹੀ ਮਰਵਾ ਦਿੱਤਾ। ਇਹਦਾ ਮਰਵਾਉਣ ਦਾ ਵੀ ਇਹ ਮੇਰੇ ਕੋਲ ਸਬੂਤ ਹੈ ਵੀ ਜਿਹੜਾ ਉਦੋਂ ਡੀਜੀਪੀ ਸੀ ਕੋਈ ਮਿਸਟਰ ਕਾਹਲੋਂ ਨਹੀਂ ਸੀ, ਢਿੱਲੋਂ ਸੀ, ਕੋਈ ਢਿੱਲੋਂ ਨਾਂ ਦਾ ਕੋਈ ਮੱਧ ਪ੍ਰਦੇਸ਼ ਕੇਡਰ ਦਾ IPS ਸੀ, ਉਹ ਉਦੋਂ DGP ਸੀ। ਉਹਨੇ ਆਪਣੀਆਂ 2-3 ਕਿਤਾਬਾਂ ਲਿਖੀਆਂ। ਹਾਂ ਸਰਦਾਰ ਉਹ ਢਿੱਲੋਂ ਸੀ ਕੋਈ, ਉਹਨਾਂ ਨੇ ਆਪਣੀਆਂ ਕਿਤਾਬਾਂ 2-3 ਲਿਖੀਆਂ ਨੇ ਸ਼ਿਮਲੇ ਰਹਿ ਕੇ ਐਡਵਾਂਸ ਸਟੱਡੀ ਦੇ ਸੈਂਟਰ 'ਚ। ਉਹ ਕੋਈ ਮਤਲਬ ਰਿਸਰਚ ਕਰਨ ਵਾਲੇ ਬੰਦੇ ਸੀ। ਉਹਨਾਂ ਨੇ ਸਾਫ਼ ਹੀ ਲਿਖਿਆ ਵੀ ਮੈਂ ਉਦੋਂ DGP ਸੀ ਤੇ ਉਹ ਲੌਂਗੋਵਾਲ ਨੂੰ ਮਰਵਾਉਣ ਵਾਲਾ ਜਿਹੜਾ KPS ਗਿੱਲ ਸੀ ਉਹਦੇ ਸਾਫ਼ ਉਹਨਾਂ ਨੇ ਉਹ 'ਤੇ ਉਂਗਲ ਧਰੀ ਤੇ KPS ਗਿੱਲ ਨੇ ਮਰਵਾਇਆ। ਉਹਨਾਂ ਨਾਲ ਡਹਿ ਕੇ ਮੈਂ ਸਾਰਾ ਕੁਝ ਜਿਹੜਾ ਕੀਤਾ ਉਹ ਆਪਣੇ ਸਾਹਮਣੇ ਆ। ਇਹ ਸਾਰਾ ਕੁਝ ਉਸ ਤੋਂ ਬਾਅਦ ਫਿਰ ਸਾਨੂੰ ਕਹਿਣ ਲੱਗੇ ਨਾਓ ਦੀ ਸਿਚੁਏਸ਼ਨ ਵਿੱਚ ਹੈ, ਅਸੀਂ ਹੁਣ ਕੁਛ ਨਹੀਂ ਕਰ ਸਕਦੇ। ਆਪ ਹੀ ਉਹਨੂੰ ਮਰਵਾ ਕੇ ਤੇ ਆਪ ਹੀ ਸਾਨੂੰ ਕਹਿ ਦਿੱਤਾ ਨਾਓ ਦੀ ਸਿਚੁਏਸ਼ਨ ਵਿੱਚ ਹੈ। ਉਹਨਾਂ ਨੂੰ ਜੋਧਪੁਰ ਵਾਲਿਆਂ ਨੂੰ ਜੋਧਪੁਰ ਭੇਜਤਾ ਜਿਹੜੇ ਲੀਡਰ ਸੀ, ਤੇ ਸਾਨੂੰ ਇੱਥੇ ਛੱਡਤਾ ਵੀ ਤੁਸੀਂ ਆਪਦਾ ਬਹੁਤ ਵੱਡੀ ਸਾਜ਼ਿਸ਼ ਲੀਡ ਕਰਨੀ ਕਰੋ। ਹਾਂ ਉਹ ਸਾਜ਼ਿਸ਼ਾਂ ਤਾਂ ਹੁੰਦੀਆਂ ਨੇ, ਸਰਕਾਰਾਂ ਕਰਦੀਆਂ ਨੇ, ਪਰ ਜੇ ਲੀਡਰਸ਼ਿਪ ਆਪਣੀ ਕਾਬਲ ਹੋਵੇ, ਲੀਡਰਸ਼ਿਪ ਸਾਰੀ ਨਾ ਕਾਬਲ ਸੀ। ਪਹਿਲੀ ਗੱਲ ਤਾਂ ਇਹ ਵੀ ਲੌਂਗੋਵਾਲ ਨੂੰ ਪਤਾ ਨਹੀਂ ਜਿਹੜੀ ਲੀਡਰਸ਼ਿਪ ਨਾ ਕਾਬਲ ਸੀ। ਇਸ ਮੁੱਦੇ ਤੇ ਵੀ ਮੈਂ ਡਾਕਟਰ ਸਾਹਿਬ ਹਾਂਜੀ ਜੀ ਆਪਾਂ ਜ਼ਿਕਰ ਕਰਦੇ ਹਾਂ ਇਸ ਮੁੱਦੇ ਤੇ ਉਹਨਾਂ ਤੁਹਾਡੇ ਵੱਲ ਦੁਆਰਾ ਜਿਹੜਾ ਹੈਗਾ ਮੈਂ ਜੀ ਮਿਹਰਬਾਨੀ। ਗੁਰਤੇਜ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਗੁਰਤੇਜ ਜੀ ਜਿਹੜਾ ਡਾਕਟਰ ਭਗਵਾਨ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਇੱਕ ਇਹੋ ਜਿਹਾ ਮੌਕਾ ਸੀ, ਜਿਹੜੀਆਂ ਆਪਾਂ ਮੰਗਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਮੰਗਾਂ ਬੜੀਆਂ ਵਾਜਬ, ਜੇ ਫੈਡਰਲ ਸਿਸਟਮ ਦੀ ਗੱਲ ਕਰ ਲਈਏ, ਦਰਿਆਈ ਪਾਣੀਆਂ ਦੀ ਗੱਲ ਕਰ ਲਈਏ, ਕੈਪੀਟਲ ਦੀ ਗੱਲ ਹੈ, ਪੰਜਾਬੀ ਲੈਂਗੁਏਜ ਦੀ ਗੱਲ, ਜਾਂ ਹੋਰ ਇੱਦਾਂ ਦੇ ਕੁਝ ਮੁੱਦੇ ਸੀਗੇ ਜਿਹੜੇ ਭਾਵਕ ਤੌਰ 'ਤੇ ਵੀ ਜੁੜੇ ਸੀ। ਉਹਨਾਂ ਨੂੰ ਵੀ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਕਿਸੇ ਹੱਦ ਤੱਕ ਹੱਲ ਕਰਨ ਲਈ ਤਿਆਰ ਸੀ। ਪਰ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਵੀ ਸਾਨੂੰ ਆਪਣਾ ਨਹੀਂ ਮਾਰਿਆ, ਇਹ ਸਾਬੋਤਾਜ ਕੀਤਾ ਗਿਆ, ਪਰ ਬਾਅਦ 'ਚ ਲੰਮਾ ਸਮਾਂ ਉਹਦੇ ਸਿਰ 'ਤੇ ਆਪਾਂ ਜਿਹੜੇ ਸਿਰਾਂ 'ਤੇ ਤਾਜ ਵੀ ਸਜਾਉਂਦੇ ਰਹੇ। ਜੀ ਗੁਰਤੇਜ ਜੀ।
ਸਿੱਧੂ ਸਾਹਿਬ ਗੱਲ ਇਹ ਹੈਗੀ ਕਿ ਸਾਡੇ ਲੀਡਰ ਜਿਹੜੇ ਸਨ ਉਹਨਾਂ ਦੇ ਨਾਲ ਮਿਲੇ ਹੋਏ ਸੀ। ਆਪਾਂ ਬਾਰ-ਬਾਰ ਇਹਨਾਂ ਨੂੰ ਸਾਡੇ ਲੀਡਰ ਕਹਿ ਰਹੇ ਆ, ਇਹ ਸਾਡੇ ਲੀਡਰ ਨਹੀਂ ਸਨ, ਉਹਨਾਂ ਦਾ ਹਿੱਸਾ ਸਨ। ਜਿਹੜੀਆਂ ਆਰਮੀ ਅਟੈਕ ਕਰਨੀਆਂ, ਮੈਨੂੰ ਤਾਂ ਇਹ ਟੈਂਕਾਂ ਦੇ ਵਿੱਚ ਬੈਠੇ ਹੋਏ ਦਿਸਦੇ ਨੇ। ਸੋ ਇਹਨਾਂ ਕੋਲੋਂ ਕੋਈ ਵੀ ਉਮੀਦ ਰੱਖਣੀ ਬੇਕਾਰ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਨਿਆਂ ਨਹੀਂ ਮਿਲਿਆ, ਤੁਸੀਂ ਦੇਖੋ ਕਿ ਸਾਡੇ ਨਾਲ ਜਿਹੜਾ ਵੀ ਕੋਈ ਮਸਲਾ ਹੋਇਆ ਉਹ ਸਿਰਫ ਅਨਿਆਂ ਤੋਂ ਸ਼ੁਰੂ ਹੋਇਆ। ਜਦੋਂ ਵੀ ਅਸੀਂ ਨਿਆਂ ਮੰਗਣ ਦੀ ਗੱਲ ਕੀਤੀ ਹੈ, ਨਿਆਂ ਦੀ ਗੱਲ ਕੀਤੀ ਹੈ, ਉਸ ਵੇਲੇ ਇਹਨਾਂ ਨੇ ਸਾਨੂੰ ਦਬਾਇਆ। ਸ਼ੁਰੂ ਤੋਂ ਇਸ ਤਰ੍ਹਾਂ ਹੀ ਹੁੰਦਾ ਚੱਲਿਆ ਆ ਰਿਹਾ। ਅੰਗਰੇਜ਼ਾਂ ਦੇ ਵੇਲੇ ਵੀ ਇਸ ਤਰ੍ਹਾਂ ਸੀ, ਔਰ ਇਹ ਜਿਹੜਾ ਨਵਾਂ ਐਮਪਾਇਰ ਆਇਆ ਇਸ ਦੇ ਵੇਲੇ ਵੀ ਇਸ ਤਰ੍ਹਾਂ ਹੀ ਹੋਇਆ। ਜਿਹੜਾ ਸਾਡਾ ਪਾਣੀ ਦਾ ਮਸਲਾ ਹੈਗਾ, ਉਹ ਹਿੰਦੁਸਤਾਨ ਦੀ ਸੰਵਿਧਾਨ ਦੇ ਹਰ ਮੱਦ ਦੇ ਅਨੁਸਾਰ ਪਾਣੀ ਸਾਡਾ ਬਣਦਾ ਹੈ, ਦਰਿਆਵਾਂ ਦਾ ਪਾਣੀ। ਲੇਕਿਨ ਇਹਨਾਂ ਨੇ ਦੂਸਰੇ ਪ੍ਰਦੇਸ਼ਾਂ ਨੂੰ ਦੇਤਾ। ਉਹਦੇ ਵਿੱਚ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਉਹ ਵੀ ਸਾਡੀ ਬਣਦੀ ਹੈ। ਔਰ ਤੁਸੀਂ ਦੇਖੋ ਕਿੰਨੀ ਖੁੰਦਕ ਦੇ ਨਾਲ ਇਹਨਾਂ ਨੇ ਦਿੱਤਾ ਹੈ ਕਿ ਰਾਜਸਥਾਨ ਨੂੰ ਪਾਣੀ ਦਿੱਤਾ ਹੈ। ਇੰਨੀ ਵੱਡੀ ਨਹਿਰ ਜਾ ਰਹੀ ਹੈ, ਉਸ ਦੇ ਵਿੱਚ ਉਹਨਾਂ ਪਾਣੀ ਉੱਥੇ ਪਹੁੰਚਦਾ ਨਹੀਂ ਜਿੰਨਾ ਰਾਹ ਦੇ ਵਿੱਚ ਵੈਪੋਰੇਸ਼ਨ ਦੇ ਨਾਲ ਹਵਾ ਦੇ ਵਿੱਚ ਉੱਡ ਕੇ ਖਤਮ ਹੋ ਜਾਂਦਾ ਹੈ। ਔਰ ਨਾ ਉਹ ਸਾਡੇ ਕੰਮ ਆਉਂਦਾ, ਨਾ ਉਹਨਾਂ ਦੇ ਕੰਮ ਆਉਂਦਾ। ਇਹ ਸਾਰੀਆਂ ਗੱਲਾਂ ਉਸ ਵੇਲੇ ਵਰਲਡ ਬੈਂਕ ਵੱਲੋਂ ਪੁਆਇੰਟ ਆਊਟ ਕੀਤੀਆਂ ਗਈਆਂ ਸਨ ਇਹਨਾਂ ਨੂੰ। ਔਰ ਕਨਸਟੀਟਿਊਸ਼ਨ ਇਹਨਾਂ ਨੇ ਆਪ ਬਣਾਈ ਸੀ, ਨਾ ਇਹ ਸਾਹਮਣੇ ਸੀ। ਹਰ ਪ੍ਰਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਫੈਡਰੇਸ਼ਨ ਹਨ ਪ੍ਰੋਮੀਨੈਂਟ ਦੁਨੀਆ ਦੀਆਂ, ਆਸਟ੍ਰੇਲੀਆ ਲੈ ਲਓ ਤੁਸੀਂ, ਇੱਕ ਅਮਰੀਕਾ, ਇੰਗਲੈਂਡ, ਉਹ ਵੀ ਫੈਡਰੇਸ਼ਨ ਹੈ ਇੱਕ ਕਿਸਮ ਦੀ, ਜਾਂ ਯੂਰਪ ਲੈ ਲਓ, ਇਹ ਵੀ ਇੱਕ ਕਿਸਮ ਦੀ ਫੈਡਰੇਸ਼ਨ ਹੈ। ਸਾਰਿਆਂ ਦੇ ਵਿੱਚ ਉਹੀ ਕਾਨੂੰਨ ਲਾਗੂ ਹੈ, ਲੇਕਿਨ ਸਿਰਫ ਤੇ ਸਿਰਫ ਸਾਡੇ ਪੰਜਾਬ ਦੇ ਉੱਤੇ ਅੱਜ ਲਾਗੂ ਨਹੀਂ। ਇਹਨਾਂ ਨੇ ਨਿਆਂ ਸਾਡੇ ਨਾਲ ਕਰਨਾ ਨਹੀਂ ਸੀ। ਜੇ ਨਿਆਂ ਹੀ ਕਰਨਾ ਹੁੰਦਾ ਤਾਂ ਸਿੱਧੀ ਗੱਲ ਸੀ ਕਿ ਪੰਜਾਬੀ ਸੂਬਾ ਅਸੀਂ ਮੰਗ ਰਹੇ ਸੀ। ਔਰ ਜਿਹੜੀ ਮੰਗ ਸੀ 1925 ਤੋਂ ਲੈ ਕੇ ਕਾਂਗਰਸ ਪਾਰਟੀ ਕਹਿੰਦੀ ਆ ਰਹੀ ਸੀ ਵੀ ਅਸੀਂ ਸੂਬਿਆਂ ਨੂੰ ਬੋਲੀ ਦੇ ਆਧਾਰ ਦੇ ਉੱਤੇ ਦੁਬਾਰੇ ਆਰਗੇਨਾਈਜ਼ ਕਰਾਂਗੇ, ਔਰ ਉਸ ਦੇ ਅਨੁਸਾਰ ਸੀ ਇਹ ਮੰਗ। ਇਸ ਦੇ ਵਿੱਚ 2 ਵਾਰੀ ਪੰਜਾਬੀ ਰੀਜਨ ਡਿਮਾਰਕੇਟ ਹੋ ਚੁੱਕਿਆ ਸੀ ਕਿ ਪੰਜਾਬੀ ਰੀਜਨ ਦੇ ਵਿੱਚ ਕਿਹੜੇ ਪਿੰਡ, ਕਿਹੜੀਆਂ ਤਹਿਸੀਲਾਂ ਆਉਂਦੀਆਂ ਨੇ। ਸਿਰਫ ਉਸ ਪੰਜਾਬੀ ਰੀਜਨ ਨੂੰ ਇਹਨਾਂ ਨੇ ਪੰਜਾਬੀ ਸੂਬਾ ਡਿਕਲੇਅਰ ਕਰਨਾ ਸੀ। ਇਸ ਦੀ ਬਜਾਏ ਇਹਨਾਂ ਨੇ ਤਹਿਸੀਲ ਦਾ ਯੂਨਿਟ ਬਣਾ ਲਿਆ, ਇਹ ਕਰ ਲਿਆ, ਉਹ ਕਰ ਲਿਆ। ਔਰ ਜਿਹੜੀਆਂ ਪਹਾੜੀਆਂ ਸੀਗੀਆਂ ਪੰਜੌਰ ਦੀਆਂ, ਉਹ ਇਸ ਕਰਕੇ ਪੰਜਾਬ ਦੇ ਵਿੱਚੋਂ ਕੱਢ ਲਈਆਂ ਕਿ ਜੀ ਇਹ ਪੰਜਾਬੀ ਸਪੀਕਿੰਗ, ਇਹ ਹਿੰਦੀ ਸਪੀਕਿੰਗ ਹੈ। ਤੇ ਜਿਹੜੀਆਂ ਸੀਗੀਆਂ ਪਹਾੜੀਆਂ ਇਧਰਲੇ ਪਾਸੇ ਊਨੇ ਵੱਲ, ਉਹ ਇਸ ਕਰਕੇ ਕੱਢ ਲਈਆਂ ਕਿ ਪਹਾੜੀ ਇਲਾਕਾ ਹੈ, ਇਸ ਕਰਕੇ ਇਹਨਾਂ ਨੂੰ ਜਾਣਾ ਚਾਹੀਦਾ। ਯਾਨੀ ਕੋਈ ਵੀ ਬਹਾਨਾ ਇਹਨਾਂ ਨੂੰ ਮਿਲਿਆ, ਇਹਨਾਂ ਨੇ ਉਸ ਨੂੰ ਵਰਤ ਕੇ ਕਾਨੂੰਨ ਦੇ ਖਿਲਾਫ ਸਾਡੇ ਨਾਲ ਬੇਇਨਸਾਫੀ ਕੀਤੀ ਹੈ। ਅੱਜ ਵੀ ਉਹ ਬੇਇਨਸਾਫੀ ਹੁਣ ਤੱਕ ਜਾਰੀ ਹੈ। ਅੱਜ ਵੀ ਤੁਹਾਡੇ ਬੱਚੇ ਮਾਰੇ ਜਾ ਰਹੇ ਨੇ, ਉਸੇ ਤਰ੍ਹਾਂ ਜ਼ੁਲਮ ਤਸ਼ੱਦਦ ਹੋ ਰਿਹਾ ਹੈ, ਔਰ ਇਸ ਦਾ ਕੋਈ ਸਾਡੇ ਕੋਲ ਇੱਕ ਕਾਨੂੰਨੀ ਤੌਰ ਦੇ ਉੱਤੇ ਰੋਕਥਾਮ ਨਹੀਂ। ਸੋ ਕਾਨੂੰਨ ਦੀ ਉਮੀਦ ਰੱਖਣਾ, ਜਿੱਥੇ ਹੁਣ ਦੇਖੋ ਤੁਸੀਂ, ਇਹ ਸਿਰਫ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਸਬ ਹਿਊਮਨ ਦੀ ਗੱਲ ਇੱਕ ਇਹਨਾਂ ਨੇ ਕਹੀ ਹੈ। ਇਹ ਕਹਿੰਦੇ ਨੇ ਕਿ ਅਸੀਂ 5000 ਸਾਲ ਦੀ ਪੁਰਾਣੀ ਸੱਭਿਅਤਾ ਹਾਂ। ਉਹ ਪੁਰਾਣੀ ਸੱਭਿਅਤਾ ਦਾ ਰੋਜ਼ ਦੀ ਰੋਜ਼ ਜਲੂਸ ਨਿਕਲ ਰਿਹਾ ਹੈ। ਤੁਸੀਂ ਦੇਖ ਰਹੇ ਹੋ ਕਿ ਸੜਕਾਂ ਦੇ ਉੱਤੇ ਗਰੀਬ ਲੋਕ ਕਿਸ ਤਰ੍ਹਾਂ ਮਾਰੇ ਜਾ ਰਹੇ ਹੈ, ਔਰ ਕਿਸੇ ਦੇ ਮਨ ਦੇ ਵਿੱਚ ਇਹਨਾਂ ਵਾਸਤੇ ਹਮਦਰਦੀ ਨਹੀਂ, ਔਰ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਜਾਣਾ ਜੀ। ਸੋ ਇੱਥੋਂ ਤੁਸੀਂ ਕੋਈ ਵੀ ਉਮੀਦ ਨਾ ਰੱਖੋ ਕਿ ਕਾਨੂੰਨੀ ਤੌਰ ਦੇ ਉੱਤੇ ਤੁਹਾਡੇ ਨਾਲ ਇਨਸਾਫ ਹੋਏਗਾ। ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਪੋਲੀਟੀਕਲੀ ਇਨਸਾਫ ਲੈਣ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਨੀ ਦੇਰ ਤੱਕ ਇਨਸਾਫ ਨਹੀਂ ਹੋਏਗਾ। ਜੀ ਗਤੇ ਜੀ, ਮੈਂ ਅੱਗੇ ਜਾਣ ਤੋਂ ਪਹਿਲਾਂ ਬਿਲਕੁਲ ਇਹੀ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਹਾਂ ਕਿ ਬਹੁਤ ਵੱਡਾ ਜਿਹੜਾ ਪੰਜਾਬ ਦੇ ਨਾਲ, ਸਿੱਖ ਭਾਈਚਾਰੇ ਨਾਲ ਲੰਬੇ ਸਮੇਂ ਤੋਂ ਆਪਾਂ ਗੱਲ ਕਰਦੇ ਹਾਂ, ਸਦੀਆਂ ਦੀ, ਪਰ ਆਪਣੀ ਸਰਕਾਰ ਦੇ ਜਿਹੜੀ ਹਿੰਦੁਸਤਾਨ ਦੀ ਆਪਾਂ ਗੱਲ ਕਰਦੇ ਹਾਂ ਤਾਂ 70-72 ਸਾਲਾਂ 'ਚ ਵੀ ਜੋ ਕੁਝ ਵਾਪਰਿਆ, ਆਪਰੇਸ਼ਨ ਨੀਲਾ ਤਾਰਾ ਦੀ ਆਪਾਂ ਗੱਲ ਕਰ ਰਹੇ ਹਾਂ, ਪਰ ਇਹਦੇ ਸਾਰੇ ਕੁਝ ਜੋ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ, ਜੋ ਸੋ ਕਾਲਡ ਆਪਣੇ ਕਹੇ ਸੀ ਉਹਨਾਂ ਨੇ ਵੀ ਸਾਜ਼ਿਸ਼ਾਂ ਕੀਤੀਆਂ, ਪਰ ਜੋ ਵੱਡੇ ਪੰਜਾਬ ਇਸ ਵੇਲੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਗੁਰਤੀਤ ਜੀ,
ਪੰਜਾਬੀ ਸਿੱਖ ਭਾਈਚਾਰਾ, ਕਿਉਂਕਿ ਅਸੀਂ ਇਹਨੂੰ ਆਪਸ ਵਿੱਚ ਨਿਖੇੜ ਕੇ ਨਹੀਂ ਦੇਖ ਸਕਦੇ, ਜਿਹੜਾ ਹੈਗਾ ਇਹ ਸੰਕਟ ਚੋਂ ਨਿਕਲਣ ਦੇ ਲਈ ਕੋਈ ਨਵੀਂ ਸੇਧ ਲੈਣ ਦੀ ਲੋੜ ਹੈ। ਕੋਈ ਲੱਗਦਾ ਹੈ ਕਿ ਪੰਜਾਬੀ ਇਹ ਸੰਕਟ ਚੋਂ ਨਿਕਲ ਕੇ ਕੋਈ ਨਵੀਂ ਸੇਧ, ਕੋਈ ਨਵਾਂ ਰਸਤਾ ਅਪਣਾਉਣਗੇ? ਇਹ ਤਵੱਕੋਂ ਕੀਤੀ ਜਾ ਸਕਦੀ ਹੈ, ਉਮੀਦ ਕਰੀਏ ਗੁਰਤੇਜ ਜੀ ਇਸ ਦੀ, ਕੀ ਲੱਗਦਾ ਹੈ? ਸਿੱਧੂ ਸਾਹਿਬ, ਸਾਰੀ ਦੁਨੀਆ ਉਮੀਦਾਂ ਤੇ ਜਿਉਂਦੀ ਹੈ ਤੇ ਸਾਨੂੰ ਤਾਂ ਗੁਰੂ ਨੇ ਚੜ੍ਹਦੀ ਕਲਾ ਬਖਸ਼ੀ ਹੈ, ਇਸ ਦਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਅਸੀਂ ਇਹ ਕਦੇ ਨਾ ਕਦੇ ਤਾਂ ਇਹ ਰਾਤ ਮੁੱਕੇਗੀ, ਕਦੇ ਨਾ ਕਦੇ ਤਾਂ ਅਸੀਂ ਆਪਣੇ ਆਪ ਤੇ ਸਮਰੱਥ ਹੋਵਾਂਗੇ, ਅਸੀਂ ਆਪਣਾ ਬਦਲਾ ਲਵਾਂਗੇ। ਜਿਸ ਤਰ੍ਹਾਂ ਸਾਊ ਲੋਕ ਬਦਲਾ ਲੈਂਦੇ ਨੇ, ਇਹ ਜਿਸ ਤਰ੍ਹਾਂ ਗੁੰਡੇ ਲੋਕ ਬਦਲਾ ਲੈਂਦੇ ਨੇ, ਇਸ ਤਰ੍ਹਾਂ ਅਸੀਂ ਬਦਲਾ ਨਹੀਂ ਚਾਹੀਦਾ। ਸਾਨੂੰ ਸਾਊਆਂ ਦਾ ਬਦਲਾ ਚਾਹੀਦਾ। ਅਸੀਂ ਲੋਕ ਆਪਣੇ ਲੋਕ ਚੁਣ ਕੇ ਲੋਕ ਸਭਾ ਦੇ ਵਿੱਚ ਆਪਣੇ ਲੋਕ ਚੁਣ ਕੇ ਇਹ ਜਿਹੜੀ ਵਿਧਾਨ ਸਭਾ ਹੈ ਇਹਦੇ ਵਿੱਚ ਭੇਜਾਂਗੇ। ਉਹ ਉਹਨਾਂ ਦੀ ਗੱਲ ਨਹੀਂ ਕਰਨਗੇ, ਉਹ ਪੈਸੇ ਇਕੱਠੇ ਕਰਨ ਵਾਸਤੇ ਈਮਾਨ ਨਹੀਂ ਵੇਚਣਗੇ, ਉਹ ਆਪਣੇ ਨਾਲ ਖੜੇ ਹੋਣਗੇ, ਲੋਕਾਂ ਦੇ ਨਾਲ। ਔਰ ਜਦੋਂ ਲੋਕ ਖੜੇ ਹੋਏ, ਜੋ 3 ਕਰੋੜ ਲੋਕ ਕਹਿਣਗੇ ਕਿ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ, ਤਾਂ ਦੁਨੀਆ ਦੀ ਕੋਈ ਵੀ ਤਾਕਤ, ਚਾਹੇ ਉਹ ਅਮਰੀਕਾ ਦਾ ਵੀ ਉਹਨੂੰ ਸਪੋਰਟ ਨਹੀਂ ਕਰ ਸਕਦੀ। ਜੀ ਜੀ, ਕਿ ਬੇਇਨਸਾਫੀ ਥੈਂਕ ਯੂ ਵੈਰੀ ਮਚ ਗੁਰਤੇਜ ਜੀ। ਜਦੋਂ ਤੱਕ ਉਹਦੇ ਸਾਹਮਣੇ ਡਟ ਕੇ ਨਹੀਂ ਖੜਿਆ ਜਾਂਦਾ, ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿਵੇਂ ਹੋਏਗਾ। ਥੈਂਕ ਯੂ ਪੌਰ ਸਾਹਿਬ ਜੀ, ਮਿਹਰਬਾਨੀ। ਗੁਰਤੇਜ ਜੀ, ਥੈਂਕ ਯੂ ਵੈਰੀ ਮਚ। ਪੌਰ ਜੀ, ਇਹੀ ਸਵਾਲ ਮੈਂ ਤੁਹਾਡੇ ਤੋਂ ਲੈਣ ਜਾ ਰਿਹਾ, ਜਿਹੜਾ ਗੁਰਤੇਜ ਜੀ ਨੇ ਕਿਹਾ ਕਿ ਇਹੋ ਜਿਹੀ ਲੀਡਰਸ਼ਿਪ ਦੀ ਲੋੜ ਹੈ ਜਿਹੜੀਆਂ ਤੁਹਾਡੀਆਂ ਸ਼ਹਾਦਤਾਂ ਦਾ, ਜਿਹੜਾ ਤੁਹਾਡੀਆਂ ਕੁਰਬਾਨੀਆਂ ਦਾ ਮੁੱਲ ਨਾ ਵੱਟੇ। ਉਮੀਦ ਕਰ ਸਕਦੇ ਹਾਂ ਆਉਣ ਵਾਲੇ ਸਮੇਂ 'ਚ, ਬੀਤੇ 'ਚ ਜੋ ਕੁਝ ਹੋਇਆ ਆਪਾਂ ਸਾਰੇ ਉਹਦੇ ਲਈ ਜਿੰਨਾ ਕੁਝ ਕਹਿ ਸਕਦੇ ਹਾਂ ਕਹਿ ਰਹੇ ਹਾਂ, ਪਰ ਜਿਵੇਂ ਕਹਿੰਦੇ ਆ ਕਿ ਬੀਤੇ ਤੋਂ ਸਬਕ ਸਿੱਖੇ, ਭਵਿੱਖ 'ਚ ਦੇਖਣ ਦੀ ਲੋੜ ਹੈ। ਜੀ ਪੌਰ ਸਾਹਿਬ। ਤੁਹਾਡੀ ਜਿਹੜੀਆਂ ਕੌਮਾਂ ਬੀਤੇ ਤੋਂ ਸਬਕ ਨਹੀਂ ਸਿੱਖਦੀਆਂ, ਕੌਮਾਂ ਹਮੇਸ਼ਾ ਹੀ ਤਰਾਸਦੀ ਭੋਗਦੀਆਂ ਰਹਿੰਦੀਆਂ, ਔਰ ਹਮੇਸ਼ਾ ਹੀ ਜ਼ੁਲਮ ਕਰਨ ਵਾਲੇ ਨੂੰ ਇਦਾਂ ਲੱਗਦਾ ਹੁੰਦਾ ਹੈ ਵੀ ਅਸੀਂ ਇਹਨਾਂ ਦਾ ਲੱਕ ਤੋੜ ਦਿੱਤਾ। ਕਈ ਵਾਰੀ ਅਬਦਾਲੀ ਨੂੰ ਵੀ ਇਦਾਂ ਹੀ ਲੱਗਾ, ਇਹਨਾਂ ਨੂੰ ਵੀ ਇਦਾਂ ਹੀ ਲੱਗਦਾ ਸੀ। ਤੇ ਇਹ ਕੌਮੀ ਸ਼ਕਤੀ ਦਾ ਹੀ ਪ੍ਰਤੀਕ ਹੈ, ਬੇਸ਼ੱਕ ਖਿੰਡੀ ਹੋਈ ਸ਼ਕਤੀ। ਉਹੀ ਇੰਦਰਾ ਜਿਹੜੀ ਕਦੀ ਆਪਣੇ ਆਪ ਨੂੰ ਇੰਡੀਆ ਦੇ ਇੰਦਰਾ ਦੇ ਨਾਂ ਨਾਲ ਜਾਣਦੀ ਸੀ, ਪਰਿਵਾਰ 4 ਵੋਟਾਂ ਦੀ ਖਾਤਰ ਗਲੀਆਂ ਦੀ ਖਾਕ ਛਾਣਦਾ। ਜਦੋਂ ਕੌਮਾਂ ਦੇ ਵਿੱਚ ਦੁਸ਼ਮਣ ਹੋ ਜਾਣ, ਜਦੋਂ ਕੌਮਾਂ ਦੇ ਹੋਏ ਅਤਿਆਚਾਰ ਤੋਂ ਬਾਅਦ ਕੌਮਾਂ ਆਪਣੇ ਜਿਹੜੀ ਕੌਮੀ ਦੁਸ਼ਮਣ ਕਰ ਲੈਣ, ਹਾਲਾਤ ਐਸੇ ਬਣਦੇ ਨੇ। ਪਰ ਇੱਕ ਬਦਕਿਸਮਤ ਜਿਹਦਾ ਜ਼ਿਕਰ ਮੈਂ ਅਕਸਰ ਬਾਰ-ਬਾਰ ਕਰਦਾ, ਪੰਜਾਬ ਦੇ ਵਿੱਚ ਜਿਹੜੀ ਸਿੱਖ ਰਾਜਨੀਤੀ ਉਹ ਕੁਝ ਘਰਾਣਿਆਂ ਤੱਕ, ਕੁਝ ਪਰਿਵਾਰਾਂ ਤੱਕ ਸੀਮਿਤ ਰਹੀ, ਔਰ ਉਹਨਾਂ ਲੋਕਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਕਰਦਿਆਂ ਕਰਦਿਆਂ ਕਈ ਵਾਰੀ ਕੌਮੀ ਹਿੱਤਾਂ ਨੂੰ, ਮੈਂ ਇਹ ਅਕਸਰ ਰੂਪ ਵਿੱਚ ਕਰਦਾ। ਮੈਂ ਸਰਦਾਰ ਗੁਰਤੇਜ ਦੇ ਇਹ ਗੱਲਾਂ ਕਈ ਵਾਰੀ ਕੀਤੀਆਂ, ਹਰਬੰਸ ਸਿੰਘ ਹੋਰਾਂ ਦੀ ਹਾਜ਼ਰੀ 'ਚ ਕੀਤੀਆਂ, ਤੁਹਾਡੀ ਹਾਜ਼ਰੀ 'ਚ ਵੀ ਕੀਤੀ। ਬਈ ਸਿੱਖੀ ਓਵਰ ਡਿਵੈਲਪਮੈਂਟ ਦੇ ਲਈ ਸਿੱਖਾਂ ਨੂੰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਹੋਣਾ ਚਾਹੀਦਾ, ਸਮਾਜਿਕ ਤੌਰ ਤੇ ਵੀ, ਧਾਰਮਿਕ ਤੌਰ ਤੇ ਵੀ, ਸੰਗਠਨ ਕੇ ਵਿਦਿਅਕ ਤੌਰ ਤੇ ਵੀ ਬਹੁਤ ਮਜ਼ਬੂਤ ਹੋ ਕੇ। ਹਾਲਾਤ ਐਸੇ ਬਣ ਰਹੇ ਨੇ, ਸਾਡੇ ਬੱਚੇ ਬਹੁਤ ਪੜ੍ਹ ਲਿਖ ਗਏ, ਵਿਦੇਸ਼ਾਂ ਵਿੱਚ ਬੈਠੇ ਨੇ, ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਭਾਈਵਾਲੀ ਪ੍ਰਾਪਤ ਕਰ ਰਹੀ ਹੈ। ਤੇ ਬੇਸ਼ੱਕ ਐਡੇ ਵੱਡੇ ਅਤਿਆਚਾਰ ਤੋਂ ਬਾਅਦ ਲੱਗਦਾ ਸੀ ਕੌਮ ਨਹੀਂ ਉੱਠ ਸਕਦੀ, ਕੌਮ ਅੱਜ ਵੀ ਖਾਲਸਾਈ ਝੰਡੇ ਬੁਲੰਦ ਕਰ ਰਹੀ ਹੈ, ਦੇਸ਼ਾਂ ਵਿਦੇਸ਼ਾਂ ਹਕੂਮਤ ਹੋ ਰਹੀ ਹੈ, ਵੱਡੀਆਂ ਵੱਡੇ ਅਹੁਦਿਆਂ ਤੇ ਵੀ ਬੈਠੀ ਹੈ। ਇਹ ਸਾਰੇ ਕੁਝ ਦੀ ਵਰਤੋਂ ਕਰਕੇ ਸਰਦਾਰ ਗੁਰਤੇਜ ਸਿੰਘ ਵਰਗੇ ਸਿਆਣੇ ਬੰਦੇ ਲੱਗਣ, ਬਾਕੀ ਤੁਹਾਡੇ ਵਰਗੇ ਦਰਦੀ ਲੱਗਣ, ਹੋਰ ਪੰਥ ਦਰਦੀਆਂ ਨੂੰ ਨਾਲ ਲੈ ਕੇ ਓਵਰਆਲ ਦੇ ਲਈ ਏਜੰਡਾ ਤੈਅ ਹੋਣਾ ਚਾਹੀਦਾ। ਉਹ ਕਾਮਨ ਪ੍ਰੋਗਰਾਮ ਬਣ ਜਾਏ, ਉਸ ਨੂੰ ਮੰਨਣ ਵਾਲੇ ਲੋਕ ਇਕੱਠੇ ਹੋ ਕੇ ਆਪਣੀ ਕੌਮ ਪੱਖੀ ਆਉਣ। ਜੇ ਰਾਜਾ ਨਹੀਂ ਵੀ ਲੈਣਾ ਚਾਹੁੰਦੇ ਤੇ ਰਾਜਨੀਤੀ ਦੇ ਵਿੱਚ ਨਵਾਬ ਸਿੰਘ ਵਰਗੇ ਹੁੰਦਰਦ। ਥੈਂਕ ਯੂ ਪੌਰ ਸਾਹਿਬ। ਡਾਕਟਰ ਸਾਹਿਬ, ਲਾਸਟ ਕਮੈਂਟ ਤੁਹਾਡਾ। ਜਿੱਦਾਂ ਪੌਰ ਸਾਹਿਬ ਗੁਰਤੇਜ ਜੀ ਨੇ ਕਿਹਾ ਬੀਤੇ 'ਚ ਜੋ ਕੁਝ ਵਾਪਰਿਆ, ਤੁਸੀਂ ਵੀ ਆਪਣਾ ਜ਼ੁਬਾਨੀ ਦੱਸੀ ਆ ਗੱਲ ਜਿਹੜੀ ਹੈਗੀ ਹੈ। ਹੁਣ ਆਪਾਂ ਭਵਿੱਖ ਦੀ ਗੱਲ ਕਰਦੇ ਹਾਂ ਤਾਂ ਸੰਖੇਪ ਦੇ ਵਿੱਚ ਕੋਈ ਉਮੀਦ ਰੱਖੀਏ ਕਿ ਸਿਰਾਂ ਦਾ ਮੁੱਲ ਵੱਟਣ ਵਾਲੀ ਲੀਡਰਸ਼ਿਪ ਨਹੀਂ ਆਏਗੀ, ਲੋਕਾਂ ਦੀ ਦਰਦੀ ਜਿਹੜੀ ਲੋਕਾਂ ਦੀ ਹਮਾਇਤੀ ਲੀਡਰਸ਼ਿਪ ਆਉਣ ਦੀ ਕੋਈ ਤਵੱਕੋ ਕਰ ਸਕਦੇ ਹਾਂ? ਪਰ ਡਾਕਟਰ ਸਾਹਿਬ ਸਮਾਂ ਨਹੀਂ, ਸੰਖੇਪ 'ਚ ਮੇਰੀ ਬੇਨਤੀ ਹੈ।
ਹਾਂ ਜੀ, ਹਾਲਾਤ ਤਾਂ ਇਸ ਤਰ੍ਹਾਂ ਦੇ ਬਣ ਰਹੇ ਨੇ ਵੀ ਇਹਨਾਂ ਲੋਕਾਂ ਦਾ ਜਿਹੜਾ ਭੋਗ ਪੈਣ ਵਾਲਾ ਹੀ ਹੈ। ਤੇ ਸਾਨੂੰ ਬਿਲਕੁਲ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਇਕੱਠੇ ਹੋ ਕੇ ਸਾਰਾ ਜਿਹੜੇ ਵੇਰੀਅਸ ਗਰੁੱਪਸ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਸਿਆਣਿਆਂ ਬੰਦਿਆਂ ਨੂੰ ਅੱਗੇ ਲਾ ਕੇ ਤੇ ਤੁਰਨਾ ਚਾਹੀਦਾ। ਤੇ ਜਿਹੜਾ ਹੁਣ ਇਹਨਾਂ ਨੇ ਚਾਈਨਾ ਦੇ ਨਾਲ ਜਿਹੜਾ ਪੰਗਾ ਲੈ ਲਿਆ ਉਹ ਸਾਰਾ ਮਤਲਬ ਇਸ ਤਰ੍ਹਾਂ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਦੇ ਨੇ ਕਿ 6 ਵਿਲ ਬੀ ਡਿਸਾਈਡਿੰਗ ਫੈਕਟਰ, ਕਿਉਂਕਿ ਸਰਕਾਰ ਖਾਲਸਾ ਦੀ ਗੱਲ ਹੋ ਰਹੀ ਹੈ ਜੀ। ਉਹ ਤਿੱਬਤ ਦੇ ਵਿੱਚ ਉਦੋਂ ਲਹਾਸਾ ਦੇ ਵਿੱਚ ਜਿਹੜੀ ਸੰਧੀ ਹੋਈ ਹੈ ਉਹਦੇ ਮੁਤਾਬਕ ਜਿਹੜਾ ਇਹ ਏਰੀਆ ਜਿਹੜਾ ਗਿਲਗਿਤ ਦਾ ਤੇ ਬਾਲਸਤਾਨ ਦਾ ਤੇ ਜਿਹੜਾ ਲੇਹ ਲਦਾਖ ਦਾ ਇਹ ਸਾਰਾ ਖਾਲਸਾ ਰਾਜ ਦਾ, ਜੇ ਵੀ ਉਹ ਕਹਿੰਦੇ ਨੇ ਵੀ ਅਸੀਂ ਤਾਂ ਖਾਲਸਾ ਰਾਜ ਦਾ ਜਿਹੜਾ ਇਹਨੂੰ ਉਹਦਾ ਹਿੱਸਾ ਮੰਨਦੇ ਆ, ਤੁਹਾਡਾ ਅਸੀਂ ਹਿੱਸਾ ਹੀ ਨਹੀਂ ਮੰਨਦੇ। ਉਹ ਇਹ ਜਿਹੜੀਆਂ ਗੱਲਾਂ ਨੇ ਸਾਰੀਆਂ ਸਾਡੇ ਹੱਕ 'ਚ ਜਾ ਰਹੀਆਂ ਨੇ। ਜਿਹੜੇ ਪੜ੍ਹੇ ਲਿਖੇ ਬੰਦੇ ਨੇ ਸਰਦਾਰ ਗੁਰਤੇਜ ਸਿੰਘ ਵਰਗੇ ਜਾਂ ਭੌਰ ਸਾਹਿਬ ਵਰਗੇ, ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਤੇ ਮਤਲਬ ਸਟੱਡੀ ਕਰਕੇ ਤੇ ਕੁਝ ਆਪਣੀ ਲਾਈਨ ਅੱਗੇ ਦੇਣੀ ਚਾਹੀਦੀ ਹੈ, ਜਿਹਦੇ ਨਾਲ ਅਸੀਂ ਇੰਟਰਨੈਸ਼ਨਲ ਲੈਵਲ ਤੇ ਮਤਲਬ ਸਾਡਾ ਇੱਕ ਕੇਸ ਹੈ ਜਿਹੜਾ ਉਹ ਸਟਰੋਂਗਲੀ ਅਸੀਂ ਪ੍ਰੈਜ਼ੈਂਟ ਕਰ ਸਕੀਏ ਦੁਨੀਆ ਦੇ ਸਾਹਮਣੇ। ਬਾਕੀ ਦੁਨੀਆ ਨੂੰ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਸਿੱਖਸ ਆਰ ਡਿਫਰੈਂਟ। ਚੰਗਾ ਜੀ, ਥੈਂਕ ਯੂ ਸਿੱਧੂ ਸਾਹਿਬ। ਥੈਂਕ ਯੂ ਵੈਰੀ ਮਚ ਗੁਰਤੇਜ ਜੀ, ਭੌਰ ਸਾਹਿਬ, ਡਾਕਟਰ ਸਾਹਿਬ, ਤਿੰਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਮੇਰੀ ਮਿਹਨਤੀ ਮੰਨ ਕੇ ਇਹਨਾਂ ਮੁੱਦਿਆਂ ਤੇ ਆਏ ਹੋ। ਧੰਨਵਾਦ, ਬਹੁਤ ਬਹੁਤ ਥੈਂਕ ਯੂ। ਤੁਹਾਡਾ ਵੀ ਧੰਨਵਾਦ ਜੀ। ਗੁਰਤੇਜ ਜੀ, ਭੌਰ ਸਾਹਿਬ, ਡਾਕਟਰ ਸਾਹਿਬ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਮੁੱਦਿਆਂ ਤੇ ਸਾਡੇ ਮਹਿਮਾਨਾਂ ਨੇ ਜਿਹੜੀ ਚਰਚਾ ਕੀਤੀ ਹੈ ਬਿਲਕੁਲ ਸਹੀ ਕਿਹਾ ਹੈ ਕਿ ਬੀਤੇ 'ਚ ਜੋ ਕੁਝ ਵਾਪਰਿਆ ਉਸ ਦੀ ਚੀਜ਼ ਨੂੰ ਤਾਂ ਸ਼ਾਇਦ ਸਦੀਆਂ ਤੱਕ ਵੀ ਨਹੀਂ ਭੁਲਾਇਆ ਜਾ ਸਕਦਾ, ਪਰ ਭਵਿੱਖ ਦੀ ਇਹਦੇ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਤਾਂ ਕਿ ਕੌਮ ਜਿਹੜੀ ਇਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਤੋਂ ਬਾਹਰ ਆ ਸਕੇ। ਇਸ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਤੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।